ਅੱਜ ਜਿਹੜੀ ਇਹ ਕਾਂਗਰਸ ਸਰਕਾਰ ਹੈ, ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਖਿਚੜੀ ਬਣੀ ਹੋਈ ਹੈ। ਸਿੱਧੂ ਵੀ ਵੱਲੇ ਮਾਰੀ ਜਾਂਦਾ ਹੈ ਔਰ ਚੰਨੀ ਵੀ ਲੱਲੀ ਪਾਪੇ ਦੇਈ ਜਾਂਦਾ ਹੈ। ਬਾਕੀ ਜੋ ਆਮ ਪਾਰਟੀ ਹੈ ਉਹਦਾ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਉਹ ਕੀ ਕਰ ਰਿਹਾ। ਹੁਣ ਜੋ ਐਂਡ 'ਚ ਜਿਹੜੀ ਕਿ ਮਤਲਬ ਮੰਦਭਾਗੀ ਗੱਲ ਹੈ, ਮੈਂ ਪਰਚੇ ਦੀ ਉਹ ਨਹੀਂ ਗੱਲ ਕਰਦਾ ਵੀ ਇੱਕ DGP ਨੂੰ ਇੱਕ ਥਾਣੇਦਾਰ ਸਾਹਿਬ ਬਣ ਕੇ ਆਪ ਉਹ ਵੀ 3-4 ਬਦਲ ਕੇ ਉਹਨਾਂ ਨੂੰ ਪਰਚਾ ਕਰਨਾ ਪਿਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ 1000 ਜਿਹੜਾ ਰੁਪਈਆ ਦੇਣ ਦੀ ਗੱਲ ਕਰ ਰਹੇ ਹਨ, ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਨੇ ਜਿਹੜੀ ਇੱਕ ਚੌਲ ਦਾਲ ਜਾਂ ਪੀਲੇ ਕਾਰਡ ਬਣਾਏ ਸੀ, ਉਹ ਸਕੀਮ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਪੰਜਾਬ 'ਚ ਨਸ਼ਾ ਬਿਲਕੁਲ ਹੈਗਾ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਹੁਣ ਵੀ ਹੋ ਰਿਹਾ ਬਹੁਤ ਹੈ ਤੇ ਸਰਕਾਰ ਕੋਈ ਵੀ ਆਵੇ ਰਾਜਨੀਤੀ ਨੂੰ ਛੱਡ ਕੇ ਇਸ ਪਾਸੇ, ਕਿਉਂਕਿ ਸਾਡਾ ਯੂਥ ਤੇ ਨਸ਼ੇ ਦੇ ਵਿੱਚ ਜਿਹੜੇ ਹੁਣ ਜਗਜੀਤ ਭੋਲਾ ਜਾਂ ਬਿੱਟੂ ਔਲਖ ਹੋਣੀ, ਉਹਨਾਂ ਦਾ ਨਾਂ ਜਿਹੜਾ ਕਿ ਮਜੀਠੀਆ ਜੀ ਦੇ ਨਾਂ ਨਾਲ ਜੁੜਦਾ ਸੀ। ਅਕਾਲੀ ਦਲ ਦੀ ਜਿਹੜੀ ਹੁਣ ਪਿਛਲੇ ਕੁਝ ਸਮੇਂ ਤੋਂ ਬੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਵਿਰੋਧਤਾ ਹੋ ਰਹੀ ਸੀ, ਖਾਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਬਾਈਬਲ ਕੱਢਣ ਤੋਂ ਬਾਅਦ ਕੀ ਸਹੀ ਇਨਸਾਫ ਨਹੀਂ ਦਵਾ ਸਕੇ। ਹੋਰ ਵੀ ਤੁਹਾਨੂੰ ਪਤਾ ਬੜੇ ਇਲਜ਼ਾਮ ਲੱਗੇ DGP ਸੈਣੀ ਦੇ ਵੀ ਉਹਨਾਂ ਦਾ ਸਾਥ ਦਿੱਤਾ, ਪੁਲਿਸ ਅਫਸਰਾਂ ਦਾ ਸਹੀ ਤਰੀਕੇ ਨਾਲ ਜਿਹੜੀਆਂ ਸਜ਼ਾਵਾਂ ਨਹੀਂ ਦੇ ਸਕੇ। ਮੈਂ 100% ਕਿਸੇ ਵੀ ਸਰਕਾਰ ਨੂੰ ਨਹੀਂ ਕਹਿੰਦਾ ਗਲਤੀਆਂ ਵਿੱਚ ਜ਼ਿੰਮੇਵਾਰ ਹੈ, ਹਾਂਜੀ, ਜਾਂ 100% ਸਹੀ ਕੰਮ ਉਹ ਕਰਦੇ ਨੇ। ਅਕਾਲੀ ਦਲ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਬਣਾਇਆ ਗਿਆ ਸੀ ਕਿ ਅੱਜ ਤੁਸੀਂ ਉਸੇ ਅਕਾਲੀ ਦਲ ਨੂੰ ਉਸ ਤਰ੍ਹਾਂ ਦੇਖਦੇ ਹੋ? ਜਿਨ੍ਹਾਂ ਨੇ ਅਕਾਲੀ ਦਲ ਨੂੰ ਸਪੋਰਟ ਕਰਨਾ ਸੀ, ਹਾਂਜੀ, ਉਹ ਪਾਰਟੀਆਂ ਨੂੰ ਕਰ ਲਾਪੇ ਮਦਦ, ਜਿਨ੍ਹਾਂ ਨੇ ਸਾਡੇ ਗਲੇ ਵੱਢੇ, ਜਿਨ੍ਹਾਂ ਨੇ ਸਾਡੇ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਕੀਤੇ ਤੇ ਉਹਨਾਂ ਦੇ ਬੁੱਕਲ ਵਿੱਚ ਜਾ ਕੇ ਬਹਿ ਗਏ। ਕਿੱਥੋਂ ਦੇ ਅਹੁਦੇਦਾਰ ਹੋ, ਇੰਨੀ ਸਪੋਰਟ ਕਰਦੇ ਹੋ, ਮਾਇਆ ਵੀ ਦਿੰਦੇ ਹੋ, ਸਭ ਕੁਝ ਕਰਦੇ ਹੋ, ਜੇ ਕਿਸੇ ਨੂੰ ਉੱਥੇ ਕੋਈ ਕੰਮ ਪੈ ਜਾਂਦਾ, ਉਹ ਜੇ ਤੁਹਾਡੇ ਉਹ ਇਕੱਲਾ ਤੁਹਾਨੂੰ ਯੂਜ਼ ਹੀ ਕਰਦੇ ਨਾ, ਕਿ ਤੁਹਾਡੇ ਕਦੇ ਕਹਿਣ ਦੇ ਉੱਤੇ ਕਿਸੇ ਦਾ ਕੰਮ ਵੀ ਹੁੰਦਾ? CM ਸਾਹਿਬ ਦੀ ਜੋ ਸਾਲੀ ਦਾ ਮੁੰਡਾ ਨਾ ਜੀ, ਇਹਦੇ ਵਿੱਚ ਹਜੇ ਤੱਕ ਕੁਝ ਵੀ ਨਹੀਂ ਨਿਕਲਿਆ। ਇਹ ਤੁਸੀਂ ਦੇਖਦੇ ਜਾਇਓ ਵੀ ਉਹ ਲਾਗ ਲਾਉਣੇ ਦੇ ਜਿਹੜੇ ਪਿੰਡ ਹੈ ਨਾ, ਲਾਂਡਰਾ ਸਵਾੜਾ ਜਿੱਥੇ ਵੀ ਲਾਗੇ, ਉਹਨਾਂ ਨੂੰ ਸਭ ਪਤਾ ਮੁੰਡੇ ਦਾ ਪੂਰਾ ਰੋਲ ਸੀਗਾ। ਜੋ ਵੀ ਜਾਂ ਬਦਲੀ ਕਰਾਉਣੀ ਜਾਂ ਸਰਕਾਰੇ ਦਰਬਾਰੇ, ਜਿੰਨੀ ਵੀ ਸੰਗਤ ਸੀ ਉਹਨਾਂ ਨੇ ਲਿਜਾ ਕੇ ਉਹਨੂੰ ਸਜ਼ਾ ਦਿੱਤੀ। ਇਹ 'ਚ ਕੋਈ ਵੀ ਕਿਸੇ ਨੂੰ ਵੀ ਇਹਦਾ ਗਿਲਾ ਨਹੀਂ। ਪੂਰੇ 5 ਸਾਲ 'ਚ ਇਹੀ ਕੁਝ ਹੋਇਆ। ਸਭ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਕੰਮ ਕੋਈ ਵੀ ਨਹੀਂ ਹੋਇਆ, ਇਹਨਾਂ ਨੇ ਆਪਣੀਆਂ ਜੇਬਾਂ ਭਰੀਆਂ। ਸਾਡੀ ਜਿਹੜੀ ਭਾਈਵਾਲ ਸਰਕਾਰ ਹੈ ਉਹਨੇ ਵੀ ਸਾਨੂੰ ਜਿਵੇਂ ਪਹਿਲਾਂ ਮਤਲਬ ਸਾਥ ਦਿੱਤਾ ਸੀਗਾ ਉੱਦਾਂ ਨਹੀਂ ਦਿੱਤਾ ਗਿਆ। ਭਰਾਪੋ ਕੰਡਾ ਸਾਡਾ ਬਹੁਤ ਹੋਇਆ ਜ਼ਿਆਦਾ, ਤੇ ਕੁਝ ਜਿਹੜੇ ਅਖੌਤੀ ਪੰਥਕ ਹੈ ਉਹਨਾਂ ਨੇ ਵੀ ਸਾਨੂੰ ਬਹੁਤ ਬੜੀ ਢਾਲ ਆਈ ਹੈ। ਅਕਾਲੀ ਦਲ ਅਤੇ ਕਾਂਗਰਸ ਦੋਨਾਂ ਨੂੰ ਆਮ ਜਨਤਾ ਦੇ ਜਿਹੜੇ ਸਵਾਲ ਹਨ ਉਹ ਦੋਸ਼ੀ ਕਹਿੰਦੇ ਹਨ, ਕਿਉਂਕਿ ਅਕਾਲੀ ਦਲ ਸਮੇਂ ਵੀ ਮਾਈਨਿੰਗ ਚੱਲਦੀ ਰਹੀ, ਕਾਂਗਰਸ ਦੇ ਸਮੇਂ ਵੀ ਮਾਈਨਿੰਗ ਚੱਲਦੀ ਰਹੀ, ਕਿਉਂਕਿ ਉਹ ਬੰਦ ਨਹੀਂ ਕਰਾ ਸਕੇ। ਆਪਣੇ ਪ੍ਰੂਫ ਸਾਰੇ ਸਾਹਮਣੇ ਹਨ। ਸਾਂਝਾ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ ਸੈਚਰਡੇ ਵਾਲੇ ਦਿਨ ਸ਼ਾਮ ਨੂੰ ਅਸੀਂ ਕੁਝ ਗੱਲਾਂ ਕਰਨ ਜਾ ਰਹੇ ਹਾਂ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਦੀ ਫਤਿਹ ਤੋਂ ਬਾਅਦ ਇਲੈਕਸ਼ਨ ਦਾ ਦੌਰ ਜਿਹੜਾ ਕਿ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆਈਆਂ ਹਨ, ਉਸ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਪਾਰਟੀਆਂ ਹਨ ਆਪਣਾ ਬਹੁਤ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜ਼ੋਰ ਲਾ ਰਹੀਆਂ ਹਨ ਕਿ ਵਿਧਾਨ ਸਭਾ ਦੇ ਵਿੱਚ 117 ਦੇ ਵਿੱਚੋਂ ਬਹੁਮਤ ਸਾਨੂੰ ਮਿਲ ਸਕੇ। ਇਸੇ ਤਰ੍ਹਾਂ ਹੀ ਅੱਜ ਅਸੀਂ ਨਿਊਯਾਰਕ ਦੇ ਵਿੱਚ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਦੀ ਸਾਰੀ ਟੀਮ ਜਿਹੜੇ ਕਿ ਉਹਨਾਂ ਦੀ ਇੱਕ ਇੱਥੇ ਕਮੇਟੀ ਬਣੀ ਹੋਈ ਹੈ, ਸਾਰੇ ਹੀ ਅਹੁਦੇਦਾਰ ਸਾਡੇ ਨਾਲ ਖੜ੍ਹੇ ਹਨ। ਅਸੀਂ ਉਹਨਾਂ ਦੇ ਨਾਲ ਸਾਰਿਆਂ ਨਾਲ ਵਾਰੀ-ਵਾਰੀ ਕੁਐਸਚਨ ਕਰਾਂਗੇ। ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਹੀ ਅਸੀਂ ਅੱਜ ਸਾਂਝਾ ਪੰਜਾਬ ਦੇ ਇਸ ਪ੍ਰੋਗਰਾਮ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਅਕਾਲੀ ਦਲ ਦੇ ਪ੍ਰੀਤਮ ਸਿੰਘ ਜੀ ਗਿਲਜੀਆਂ, ਜਿਹੜੇ ਕਿ ਇਸ ਟਾਈਮ ਪ੍ਰਧਾਨ ਹਨ, ਅਕਾਲੀ ਦਲ ਦੇ ਮੁੱਖ ਸੇਵਾਦਾਰ ਹਨ। ਮੈਂ ਉਹਨਾਂ ਦੇ ਨਾਲ ਗੱਲ ਕਰਨ ਜਾ ਰਿਹਾ। ਪ੍ਰੀਤਮ ਸਿੰਘ ਜੀ, ਕਿਸ ਤਰ੍ਹਾਂ ਲੱਗ ਰਿਹਾ ਹੈ? ਅਤੇ ਤੁਸੀਂ ਅਜੇ ਥੋੜ੍ਹਾ ਸਿਰ ਹੋਇਆ ਜਦੋਂ ਤੁਹਾਨੂੰ ਪ੍ਰਧਾਨਗੀ ਇਹਦੇ ਵਿੱਚ ਆਏ, ਉਸ ਤਰ੍ਹਾਂ ਤੁਸੀਂ ਅਕਾਲੀ ਦਲ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ। ਇਸ ਇਲੈਕਸ਼ਨ ਦੇ ਵਿੱਚ ਅਤੇ ਆਪਣੀ ਜਿਹੜੀ ਇੱਥੋਂ ਦੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਹੈ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸਭ ਤੋਂ ਸਾਂਝਾ ਪੰਜਾਬ ਜੋ ਸਾਡੇ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਹੈ, ਮੈਂ ਉਹਨੂੰ ਵਧਾਈ ਦਿੰਦਾ ਹਾਂ। ਸਾਡੇ ਬਲਵਿੰਦਰ ਸਿੰਘ ਖਾਲਸਾ ਜੀ, ਖਾਲਸਾ ਜੀ, ਜਿਹੜਾ ਤੁਸੀਂ ਇਲੈਕਸ਼ਨ ਬਾਰੇ ਪੁੱਛਿਆ ਇੱਥੋਂ ਨਿਊਯਾਰਕ ਦੇ ਅਕਾਲੀ ਦਲ ਦਾ, ਵੇਖੋ ਅਸੀਂ ਮੁੱਢ ਤੋਂ ਹੀ ਅਕਾਲੀ ਦਲ ਹਾਂ।
ਮੇਰੇ ਤੋਂ ਪਹਿਲਾਂ ਮੇਰੇ ਛੋਟੇ ਭਰਾ ਸਰਦਾਰ ਵੀਰ ਸਿੰਘ ਸੁਭਾਨਪੁਰ, ਜਿਨ੍ਹਾਂ ਨੇ ਲਗਾਤਾਰ 26 ਸਾਲ ਜੋ ਨਿਊਯਾਰਕ ਦੇ ਵਿੱਚ ਪ੍ਰਧਾਨਗੀ ਕੀਤੀ, ਤੇ ਉਹਨਾਂ ਤੋਂ ਬਾਅਦ ਦਾਸ ਨੂੰ ਜੋ ਇਸ ਵੇਲੇ ਪ੍ਰਧਾਨਗੀ ਸੌਂਪੀ ਹੈ। ਤੇ ਜੇ ਨਿਊਯਾਰਕ ਦਾ ਅਕਾਲੀ ਦਲ ਇਹ ਬੜੀ ਹੋਂਦ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਆਇਆ ਹੈ, ਤੇ ਜਿਹੜੇ ਸਾਡੇ ਬੜੇ ਜੁਝਾਰੂ ਵਰਕਰ ਹਨ ਇੱਥੇ ਨਿਊਯਾਰਕ ਦੇ, ਤੇ ਅਕਾਲੀ ਦਲ ਦੇ ਵਿੱਚ ਸਮੇਂ ਦੇ ਨਾਲ ਜਿਉਂ ਵੀ ਇਲੈਕਸ਼ਨਾਂ ਜਿੰਨੀ ਵੀ ਪੰਜਾਬ ਦੇ ਵਿੱਚ ਹੋਈਆਂ ਨੇ, ਪਹਿਲਾਂ ਵੀ 10 ਸਾਲ ਜਦੋਂ ਸਾਡਾ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ CM ਰਹੇ ਨੇ 10 ਸਾਲ, ਉਹਨਾਂ ਸਮਿਆਂ ਦੇ ਵਿੱਚ ਸਾਡੇ ਇੱਥੋਂ ਬਾਹਰੋਂ ਵਿਦੇਸ਼ਾਂ ਦੇ ਵਿੱਚ ਨਿਊਯਾਰਕ ਪੂਰੇ ਨਾਰਥ ਅਮਰੀਕਾ ਦੇ ਵਿੱਚ ਬੜੇ ਜ਼ੋਰ ਦੇ ਨਾਲ ਸਾਡੀ ਪਾਰਟੀ ਨੇ ਪੂਰਾ ਸਮਰਥਨ ਦੇ ਕੇ ਨਿਊਯਾਰਕ ਤੋਂ ਔਰ ਪੂਰੇ ਅਮਰੀਕਾ ਤੋਂ ਦੇ ਕੇ ਪਾਰਟੀ ਦੇ ਨਾਲ ਵੱਖ-ਵੱਖ ਹਿੱਸਿਆਂ ਦੇ ਵਿੱਚ ਹਿੱਸਾ ਲੈ ਕੇ ਤੇ ਪਾਰਟੀ ਨੂੰ ਕਾਮਯਾਬ ਬਣਾਇਆ, ਜਿਤਾਇਆ। ਤੇ ਹੁਣ ਵੀ ਜਿਹੜੀ ਆ 2022 ਦਾ ਜੋ ਬਿਗਲ ਵੱਜ ਚੁੱਕਾ ਹੈ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਇਸ ਵੇਲੇ ਸਮਾਂ ਜਿਹੜਾ ਬਹੁਤ ਕਠਿਨ ਹੈ ਕਿ ਜਿਹੜੇ ਇੰਨੀਆਂ ਹੀ ਪਾਰਟੀਆਂ ਉੱਥੇ ਇਸ ਵੇਲੇ ਸਮਰਥਨ ਭਾਗ ਲੈ ਰਹੀਆਂ ਹਨ, ਤੇ ਉਹਨਾਂ ਦੇ ਵਿੱਚ ਜਿਵੇਂ ਸਾਡੇ ਸ਼੍ਰੋਮਣੀ ਅਕਾਲੀ ਦਲ ਜਿਵੇਂ ਸਰਕਾਰਾਂ ਆਈਆਂ ਨੇ, ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ 4 ਸਾਲ ਜੋ ਕਾਂਗਰਸ ਦੀ ਸਰਕਾਰ ਆਈ ਹੈ, ਤੇ ਲੋਕ ਉਸ ਤੋਂ ਬੜੇ ਤੰਗ ਹੋਏ ਇਸ ਵੇਲੇ ਨੇ, ਜੋ ਕਰਪਸ਼ਨ ਵੀ ਇੰਨੀ ਚੱਲੀ ਹੈ, ਤੇ ਬਹੁਤ ਉਹਨਾਂ ਨੇ ਜੋ ਮਾੜੇ ਕੰਮ ਵੀ ਕੀਤੇ ਹਨ, ਉਹਨਾਂ ਨੂੰ ਵੇਖਦੇ ਹੋਏ ਇਸ ਵੇਲੇ ਜੀ ਪੰਜਾਬ ਦੇ ਜਿਹੜੇ ਲੋਕ ਨੇ ਬੜੇ ਅੱਕੇ ਹੋਏ ਹਨ। ਉਹ ਇਹੋ ਚਾਹੁੰਦੇ ਹਨ ਜੋ ਪਿਛਲਾ ਸਮਾਂ ਬਾਦਲ ਸਾਹਿਬ ਵਾਲਾ ਉਹ ਆਵੇ ਅਤੇ ਅਸੀਂ ਪੰਜਾਬ ਨੂੰ ਖੁਸ਼ਹਾਲੀ ਬਣਾਈਏ। ਅੱਜ ਸਮੇਂ ਦੇ ਨਾਲ ਪਿੰਡਾਂ ਦੇ ਵਿੱਚ ਮੈਂ ਥੋੜ੍ਹੇ ਚਿਰ ਪਹਿਲਾਂ ਪੰਜਾਬ ਤੋਂ ਹੋ ਕੇ ਆਇਆ ਹਾਂ ਅਤੇ ਵੇਖਿਆ ਹੈ ਕਿ ਲੋਕ ਇੰਨੇ ਹੀ ਜੋ ਕਾਂਗਰਸ ਸਰਕਾਰ ਤੋਂ ਅੱਕੇ ਹੋਏ ਹਨ, ਜੋ ਇੰਨੇ ਕਰਪਸ਼ਨ ਕਰਕੇ ਉਹਨਾਂ ਨੇ ਆਪਣੇ ਬੰਦਿਆਂ 'ਤੇ ਹੀ ਜੋ ਸਾਡੀ ਸਰਕਾਰ ਦੇ ਨੁਮਾਇੰਦੇ ਅਕਾਲੀ ਦਲ ਉਹਨਾਂ 'ਤੇ ਵੀ ਬੜੇ ਪਰਚੇ ਕਰਾਏ ਹਨ, ਆਪਣੀ ਸਰਕਾਰ ਦੇ ਜੋ ਨੁਮਾਇੰਦੇ ਉਹਨਾਂ ਦੇ ਪਰਚੇ ਕਰਾ ਕੇ ਅੱਜ ਜਿਹੜੀ ਇਹ ਕਾਂਗਰਸ ਸਰਕਾਰ ਹੈ, ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਖਿਚੜੀ ਬਣੀ ਹੋਈ ਹੈ। ਸਿੱਧੂ ਵੀ ਵੱਲੇ ਮਾਰੀ ਜਾਂਦਾ ਹੈ ਔਰ ਚੰਨੀ ਵੀ ਲੱਲੀ ਪਾਪੇ ਦੇਈ ਜਾਂਦਾ ਹੈ। ਬਾਕੀ ਜੋ ਆਮ ਪਾਰਟੀ ਹੈ ਉਹਦਾ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਉਹ ਕੀ ਕਰ ਰਿਹਾ ਹੈ। ਇਹ ਕੇਜਰੀਵਾਲ ਜੋ ਪੰਜਾਬ ਦੇ ਵਿੱਚ ਆ ਕੇ ਜੋ ਸਾਡੀਆਂ ਭੈਣਾਂ ਧੀਆਂ ਨੂੰ 1000 ਰੁਪਏ ਦਾ ਜੋ ਕਹਿ ਰਿਹਾ ਹੈ, ਪਰ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ 'ਤੇ ਜੋ ਸਾਡੀਆਂ ਭੈਣਾਂ ਮਾਤਾਵਾਂ ਉਹ 1000 ਨਾਲ ਕੋਈ ਗੁਜ਼ਾਰਾ ਨਹੀਂ ਕਰ ਸਕਦੇ। ਇਹਨਾਂ ਨੂੰ ਸਾਰਿਆਂ ਨੂੰ ਸਮਝ ਸੋਚ ਕੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਪੰਜਾਬ ਦੇ ਵਾਸੀਆਂ ਨੂੰ ਪੂਰਿਆਂ ਨੂੰ ਕਿ ਇਹ ਸਮਝ ਸੋਚ ਕੇ ਇਹਨਾਂ ਦੀ ਚਾਲ ਹੈ, ਇਹਨਾਂ ਦੀ ਚਾਲ ਦੇ ਵਿੱਚ ਨਾ ਆਇਓ। ਉਹੋ ਹੀ ਰਾਜ ਤੁਹਾਡੇ ਕੋਲ ਫਿਰ 10 ਸਾਲ ਵਾਲਾ ਵਾਪਸ ਆਏਗਾ। ਸਾਨੂੰ ਮੌਕਾ ਮਿਲਣਾ ਹੈ, ਫਿਰ ਆਪਾਂ ਇਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਜੋ ਸਾਡੇ ਪ੍ਰੀਤਮ ਸਿੰਘ ਜੀ, ਮੈਂ ਤੁਹਾਡੀ ਗੱਲ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ 1000 ਜਿਹੜਾ ਰੁਪਈਆ ਦੇਣ ਦੀ ਗੱਲ ਕਰ ਰਹੇ ਹਨ, ਕੀ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਨੇ ਜਿਹੜੀ ਇੱਕ ਚੌਲ ਦਾਲ ਜਾਂ ਪੀਲੇ ਕਾਰਡ ਬਣਾਏ ਸੀ, ਉਹ ਸਕੀਮ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਕਹਿੰਦੇ ਉਹ ਵੀ ਇੱਕ ਜਿਹੜੀਆਂ ਸੀ ਵੋਟਾਂ ਦੇ ਕਰਕੇ ਕੀਤਾ ਗਿਆ ਸੀ। ਵੇਖੋ ਜੀ, ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ CM ਸੀ, ਉਹ ਬੜੇ ਸਿਆਣੇ ਸਨ। ਮਤਲਬ ਉਹਨਾਂ ਨੇ ਜਿਹੜੀ ਉਹ ਸਕੀਮ ਚਲਾਈ ਸੀ ਆਟਾ ਦਾਲ ਚੌਲ ਦੀ, ਉਹ ਇਸ ਕਰਕੇ ਚਲਾਈ ਸੀ ਕਿ ਕਈ ਜਿਹੜੇ ਸਾਡੇ ਭੈਣ ਭਰਾ ਨੇ ਬਹੁਤ ਜੋ ਬੜੇ ਹੀ ਮਤਲਬ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਕੋਲ ਕੋਈ ਸਹਾਰਾ ਨਹੀਂ ਹੁੰਦਾ, ਅਤੇ ਉਹਨਾਂ ਨੂੰ ਉਹ ਸਕੀਮ ਇਸ ਕਰਕੇ ਚਲਾਈ ਗਈ ਸੀ ਪੂਰੇ ਪੰਜਾਬ ਦੇ ਵਿੱਚ ਕਿ ਤਾਂ ਕਿ ਜੇ ਲੋਕ ਜੋ ਸਾਡੇ ਨੇ ਉਹਨਾਂ ਨੂੰ ਖਾਣ ਪੀਣ ਤੋਂ ਵੇਖੋ, ਇਨਸਾਨ ਦਾ ਬਸ ਕੱਪੜਾ ਰੋਟੀ ਮਕਾਨ, ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਮਝਿਆ ਹੈ ਲੋੜਵੰਦ ਲੋੜਾਂ ਨੂੰ ਲੋੜ ਸੀ, ਅਤੇ ਉੱਥੇ ਉਹਨਾਂ ਪੂਰੇ ਉਪਰਾਲੇ ਕਰਕੇ ਲੋਕਾਂ ਤੱਕ ਕਰਦੇ ਸੀ। ਕੀ ਤੁਹਾਡਾ ਕੀ ਖਿਆਲ ਹੈ? ਮੈਂ ਤੁਹਾਡੇ ਕੋਲ ਬਾਅਦ ਚਾਹਾਂਗਾ ਕਿ ਉਸੇ ਹੀ 1000 ਰੁਪਏ ਦੇ ਨਾਲ ਉਹ ਵੀ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਇਹ ਕਰ ਰਹੀਆਂ ਹਨ। ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦਾ। ਮੈਂ ਹੁਣ ਮੋਹਨ ਸਿੰਘ ਜੀ ਖੱਟੜਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਈਸਟ ਕੋਸਟ ਦੇ ਪ੍ਰਧਾਨ, ਉਹਨਾਂ ਨਾਲ ਗੱਲ ਕਰਾਂਗਾ। ਮੋਹਨ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਪਾਰਟੀਆਂ ਹਨ, ਪਰਚਿਆਂ ਦਾ ਵੀ ਬੜਾ ਦੌਰ ਚੱਲਦਾ। ਹੁਣ ਸਭ ਤੋਂ ਜ਼ਿਆਦਾ ਜਿਹੜੇ ਮਜੀਠੀਆ ਸਾਹਿਬ ਹੈ ਉਹਨਾਂ ਦੇ ਉੱਤੇ ਬਹੁਤ ਇਲਜ਼ਾਮ ਵੀ ਲੱਗੇ ਸਨ ਅਤੇ ਉਹਨਾਂ ਦੇ ਉੱਤੇ FIR ਦਰਜ ਕਰਾਈ ਗਈ। ਤੁਸੀਂ ਇਸ FIR ਨੂੰ ਕੀ ਸੋਚਦੇ ਹੋ ਕਿ ਇਹ ਪਹਿਲਾਂ ਹੋਣੀ ਚਾਹੀਦੀ ਸੀ ਜਾਂ ਇਹ ਨਜਾਇਜ਼ ਹੋਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਜਵਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਵੀ ਇਸ ਕੇਸ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸਭ ਤੋਂ ਵੱਡਾ ਇਲਜ਼ਾਮ ਲਾਇਆ ਸੀਗਾ, ਜੋ ਫਿਰ ਚਲੋ ਮਾਫੀ ਵੀ ਮੰਗ ਲਈ, ਅਤੇ ਇਹਦੇ 'ਤੇ ਰੱਜ ਕੇ ਸਿਆਸਤ ਹੋਈ,
ਬਹੁਤ ਮਤਲਬ ਚਾਹੇ ਕੈਪਟਨ ਸਾਹਿਬ ਸੀਗੇ, ਕਦੇ ਕੁਛ ਹੋ ਗਏ। ਹੁਣ ਜੋ ਐਂਡ 'ਚ ਜਿਹੜੀ ਕਿ ਮਤਲਬ ਮੰਦਭਾਗੀ ਗੱਲ ਹੈ, ਮੈਂ ਪਰਚੇ ਦੀ ਉਹ ਨਹੀਂ ਗੱਲ ਕਰਦਾ ਵੀ ਇੱਕ ਡੀਜੀਪੀ ਨੂੰ ਇੱਕ ਥਾਣੇਦਾਰ ਸਾਹਿਬ ਬਣ ਕੇ ਆਪ ਉਹ ਵੀ 3-4 ਬਦਲ ਕੇ ਉਹਨਾਂ ਨੂੰ ਪਰਚਾ ਕਰਨਾ ਪਿਆ। ਇਹ ਪੰਜਾਬ ਦੀ ਮਤਲਬ ਜਨਤਾ ਤੇ ਬਾਹਰ ਬੈਠੇ NRI ਸਭ ਨੂੰ ਸਮਝ ਆਉਂਦੀ ਹੈ ਵੀ ਪਰਚਾ ਕਾਹਦੇ ਕੀਤਾ ਸੀਗਾ। ਤੇ ਕਿਉਂਕਿ ਜਿੰਨੇ ਵੀ ਪਹਿਲਾਂ ਸਿਆਣੇ ਹਰ ਇੱਕ ਜਦੋਂ DGP ਜਾਂ ਜਿਹੜੇ ਪਹਿਲਾਂ ਬਦਲੇ ਉਹਨਾਂ ਨੇ ਪਰਚਾ ਕਿਉਂ ਨਹੀਂ ਕੀਤਾ? ਕਿਉਂਕਿ ਪਰਚਾ ਬਣਦਾ ਨਹੀਂ ਸੀ। ਇਹ ਕੇਸ 2013 ਤੋਂ ਜਦ ਤੋਂ ਵੀ ਇਹਦਾ 19 'ਚ ਆਈ ਥਿੰਕ ਡਿਸਾਈਡ ਹੋ ਚੁੱਕਿਆ। ਜਿਹੜੇ ਬੰਦੇ ਗਿਲਟੀ ਦੇ ਉਹਨਾਂ ਨੂੰ ਜੇਲ੍ਹ ਭੇਜਤਾ, ਜਿਨ੍ਹਾਂ ਦਾ ਕੋਈ ਨਹੀਂ ਸੀਗਾ ਵਿੱਚ ਨਾਂ ਨਹੀਂ ਸੀਗਾ ਉਹ ਬਾਹਰ ਹੋ ਗਏ, ਕੋਰਟ ਨੇ ਕੱਢਤੇ। ਇਹ ਇੱਕ ਸਿਰਫ ਇਲੈਕਸ਼ਨ ਦੇ ਟਾਈਮ ਕਰਕੇ, ਕਿਉਂਕਿ ਸਿੱਧੂ ਸਾਹਿਬ ਦਾ ਬਹੁਤ ਬੜਾ ਇੱਕ ਉਹ ਸੀਗਾ ਵੀ ਮੈਂ ਮਜੀਠੀਏ ਨੂੰ ਅੰਦਰ ਕਰਕੇ ਦੱਸੂੰ, ਮੈਂ ਅੰਦਰ ਕਰਕੇ ਦੱਸੂੰ। ਦੇਖੋ ਜ਼ਮਾਨਤ ਮਿਲ ਗਈ ਤੇ ਉਹ ਜਿਹੜੀ ਹੁਣ 1-2 ਦਿਨ ਤੱਕ ਉਹ ਜ਼ਮਾਨਤ ਮਿਲ ਜਾਣੀ। ਇਹਦੇ 'ਚ ਕੇਸ 'ਚ ਹੈ ਕੱਖ ਵੀ ਨਹੀਂ ਹੈਗਾ। ਇਹ ਸਿਰਫ ਜਿਹੜੀ ਨਸ਼ੇ ਦੀ ਗੱਲ ਹੈ, ਪੰਜਾਬ 'ਚ ਨਸ਼ਾ ਬਿਲਕੁਲ ਹੈਗਾ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਹੁਣ ਵੀ ਹੋ ਰਿਹਾ ਬਹੁਤ ਹੈ। ਤੇ ਸਰਕਾਰ ਕੋਈ ਵੀ ਆਵੇ ਰਾਜਨੀਤੀ ਨੂੰ ਛੱਡ ਕੇ ਇਸ ਪਾਸੇ, ਕਿਉਂਕਿ ਸਾਡਾ ਯੂਥ ਤੇ ਨਸ਼ੇ ਦੇ ਵਿੱਚ ਜਿਹੜੇ ਹੁਣ ਜਗਜੀਤ ਭੋਲਾ ਜਾਂ ਬਿੱਟੂ ਔਲਖ ਹੋਣੀ, ਉਹਨਾਂ ਦਾ ਨਾਂ ਜਿਹੜਾ ਕਿ ਮਜੀਠੀਆ ਜੀ ਦੇ ਨਾਂ ਨਾਲ ਜੁੜਦਾ ਸੀ। ਸੋ ਜੇ ਆਪਾਂ ਕਹਿੰਦੇ ਹਾਂ ਕਿ ਨਸ਼ਾ ਪੰਜਾਬ ਦੇ ਵਿੱਚ ਹੈ ਵੇ, ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਚਾਹੇ ਕਿਸੇ ਨੂੰ ਪਨਾਹ ਦਿੱਤੀ ਹੋਵੇ, ਚਾਹੇ ਉਹਦੇ ਨਾਲ ਸੰਬੰਧਿਤ ਹੋਣ? ਜਿਹੜਾ ਜਿੰਨੇ ਵੀ ਕੁਐਸਚਨ ਅਸੀਂ ਲੋਕਾਂ ਦੇ ਜਿਹੜੇ ਕੁਐਸਚਨ ਉਹ ਤੁਹਾਨੂੰ ਕਰਾਂਗੇ, ਇਹ ਲੋਕਾਂ ਦਾ ਕੁਐਸਚਨ ਹੈ ਕਿ ਫਿਰ ਉਹਨਾਂ ਦਾ ਨਾਂ ਉਹਨਾਂ ਦੇ ਨਾਲ ਕਿੱਦਾਂ ਜੁੜਿਆ? ਦੇਖੋ, ਜਿਹੜੀ ਸਭ ਤੋਂ ਪਹਿਲਾਂ ਜਿਹੜੀ ਇਹ ਇਨਕੁਆਇਰੀ ਹੋਈ ਸੀਗੀ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਮਜੀਠੀਆ ਸਾਹਿਬ ਦੇ ਰਿਸ਼ਤੇਦਾਰ ਸੀਗੇ। ਉਹ ਐਂਡ 'ਚ ਦੱਸ ਵੀ ਗਏ। ਤੇ ਇੱਕ ਬੰਦਾ ਜੇਲ੍ਹ 'ਚ ਜਿਹੜਾ ਆਲਰੇਡੀ ਅੰਦਰ ਹੋ ਜਾਵੇ, ਉਹ ਕਿਸੇ ਦਾ ਨਾਂ ਲੈ ਦੇਵੇ ਜਾਂ ਕੁਛ, ਇਹਨੂੰ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਪਨਾਹ ਅੱਜ ਤੱਕ ਕਿਸੇ ਕੋਰਟ 'ਚ ਕਿਸੇ ਪੇਪਰ ਤੇ ਐਦਾਂ ਨਹੀਂ ਹੋਵੇ ਵੀ ਮਜੀਠੀਆ ਸਾਹਿਬ ਨੇ ਉਹਨਾਂ ਦੀ ਕੋਈ ਪੁੱਛ ਪਨਾਹ ਕੋਈ ਕੀਤੀ ਹੋਵੇ ਜਾਂ ਕੁਛ। ਇੱਕ ਪੋਲੀਟੀਕਲ ਉਹ ਹੈਗਾ, ਠੀਕ ਹੈ, ਉਹਨੂੰ ਆਪਾਂ ਲੋਕਾਂ ਦਾ ਹਰ ਇੱਕ ਦਾ ਰਾਈਟ ਹੈ, ਕਹਿਣ ਤੋਂ ਰੋਕ ਨਹੀਂ ਸਕਦੇ। ਬਟ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਨਾ ਪਹਿਲਾਂ ਨਿਕਲਿਆ ਨਾ ਹੁਣ ਨਿਕਲਿਆ। ਉਹ ਇੱਕ ਵੱਡੇ ਲੀਡਰ ਹੈ ਅਕਾਲੀ ਦਲ ਦੇ, ਤੇ ਤਾਂ ਕਰਕੇ ਉਹਨਾਂ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ। ਠੀਕ ਹੈ, ਥੈਂਕ ਯੂ ਜੀ। ਹੁਣ ਸਾਡੇ ਨਾਲ ਰਘਬੀਰ ਸਿੰਘ ਜੀ ਸੁਭਾਨਪੁਰ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਨੇ। ਰਘਬੀਰ ਸਿੰਘ ਜੀ, ਤੁਸੀਂ ਕਿੰਨਾ ਸਮਾਂ ਪ੍ਰਧਾਨਗੀ ਕੀਤੀ ਇੱਥੇ ਅਮਰੀਕਾ ਦੇ ਵਿੱਚ ਅਕਾਲੀ ਦਲ ਦੀ? ਬਲਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਨਵਾਂ ਚੈਨਲ ਸਾਂਝਾ ਪੰਜਾਬ ਸ਼ੁਰੂ ਕੀਤਾ, ਉਹਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਤਾਂ ਐਕਚੁਅਲੀ ਅਕਾਲੀ ਦਲ ਨੂੰ ਸ਼ੁਰੂ ਕਰਨ ਵਾਲੇ ਅਸੀਂ ਕੁਝ ਮੁੱਢਲੇ ਮੈਂਬਰ ਸੀ। ਹਾਂਜੀ। ਤੇ 94 ਦੇ ਵਿੱਚ ਜਦੋਂ ਚੰਦੂ ਮਾਜਰਾ ਸਾਹਿਬ ਆਏ ਸਨ ਤੇ ਉਹਨਾਂ ਨੇ ਮੈਨੂੰ ਨਿਊਯਾਰਕ ਦਾ ਪ੍ਰਧਾਨ ਬਣਾਇਆ ਸੀ। ਤੇ ਮੈਂ ਵਿੱਚੇ ਤੁਹਾਡੀ ਗੱਲ, ਕਿਉਂਕਿ ਅਕਾਲੀ ਦਲ ਦੀ ਜਿਹੜੀ ਹੁਣ ਪਿਛਲੇ ਕੁਝ ਸਮੇਂ ਤੋਂ ਬੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਵਿਰੋਧਤਾ ਹੋ ਰਹੀ ਸੀ, ਖਾਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਬਾਈਬਲ ਕਢਾਉਣ ਤੋਂ ਬਾਅਦ ਕੀ ਸਹੀ ਇਨਸਾਫ ਨਹੀਂ ਦਵਾ ਸਕੇ। ਹੋਰ ਵੀ ਤੁਹਾਨੂੰ ਪਤਾ ਬੜੇ ਇਲਜ਼ਾਮ ਲੱਗੇ DGP ਸੈਣੀ ਦੇ ਵੀ ਉਹਨਾਂ ਦਾ ਸਾਥ ਦਿੱਤਾ, ਪੁਲਿਸ ਅਫਸਰਾਂ ਦਾ ਸਹੀ ਤਰੀਕੇ ਨਾਲ ਜਿਹੜੀਆਂ ਸਜ਼ਾਵਾਂ ਨਹੀਂ ਦੇ ਸਕੇ। ਕੀ ਤੁਸੀਂ ਇੰਨੇ ਚਿਰ ਦੇ ਅਕਾਲੀ ਦਲ ਸੀ, ਹੁਣ ਜਦੋਂ ਇਲੈਕਸ਼ਨ ਆਈ ਹੈ ਤੁਸੀਂ ਛਾਲ ਮਾਰ ਕੇ ਪ੍ਰੀਤਮ ਜੀ ਨੂੰ ਪ੍ਰਧਾਨ ਬਣਾਤਾ, ਦੱਸੋਗੇ ਕੀ ਇਸ ਦੇ ਪਿੱਛੇ ਕੀ ਪ੍ਰੋਗਰਾਮ ਸੀ? ਤੁਸੀਂ ਕਿੱਦਾਂ ਹੁਣ ਇੱਕਦਮ ਚੇਂਜ ਹੋਏ? ਨਹੀਂ, ਚੇਂਜ ਕੋਈ ਨਹੀਂ, ਅਸੀਂ ਅਕਾਲੀ ਦਲ ਦੇ ਸਿਪਾਹੀ ਆ, ਅਕਾਲੀ ਦਲ ਦੇ ਨਾਲ ਖੜੇ ਆ। ਪਹਿਲਾਂ ਵੀ ਇਹ ਸਾਰੇ ਭਰਾਵਾਂ ਦੇ ਪਿਆਰ ਨਾਲ ਮੈਂ ਪ੍ਰਧਾਨਗੀ ਕੀਤੀ ਹੈ, ਤੇ ਇਹਨਾਂ ਦੇ ਭਰਾਵਾਂ ਦੇ ਪਿਆਰ ਨਾਲ ਹੀ ਕਾਫੀ ਚਿਰ ਤੋਂ ਪ੍ਰੀਤਮ ਮੇਰਾ ਵੱਡਾ ਭਾਈ ਹੈ, ਤੇ ਮੈਂ ਕਿਹਾ ਵੀ ਸੇਵਾ ਦਾ ਮੌਕਾ ਇੱਦਾਂ ਰਲ ਮਿਲ ਕੇ ਹੋਣਾ ਚਾਹੀਦਾ, ਭੱਜਣ ਵਾਲੀ ਕੋਈ ਗੱਲ ਨਹੀਂ। ਅਸੀਂ ਉਹਦੇ ਨਾਲ ਜਿੱਦਾਂ ਪਹਿਲਾਂ ਮੇਰਾ ਸਾਥ ਦਿੱਤਾ ਹੈ ਨਾ, ਇਸ ਤਰ੍ਹਾਂ ਅਸੀਂ ਖੱਟਾ ਸਾਹਿਬ ਦਾ, ਪ੍ਰੀਤਮ ਸਿੰਘ ਦਾ, ਜੂਸ ਦੇ ਬਲਵਿੰਦਰ ਸਿੰਘ ਜੀ, ਹਿੰਮਤ ਸਿੰਘ ਸਰਪੰਚ ਸਾਹਿਬ, ਸਾਰੇ ਇੱਕ ਭਰਾਵਾਂ ਤਰ੍ਹਾਂ ਹੀ ਰਹਿੰਦੇ ਆ। ਠੀਕ ਹੈ। ਪਰ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਨੇ ਨਾ, ਹਾਂਜੀ ਹਾਂਜੀ, ਉਹਨਾਂ ਨੂੰ ਅਸੀਂ ਬੜੇ ਗੰਭੀਰਤਾ ਨਾਲ ਦੇਖਦੇ ਆ। ਹਾਂਜੀ। ਮੈਂ 100% ਕਿਸੇ ਵੀ ਸਰਕਾਰ ਨੂੰ ਨਹੀਂ ਕਹਿੰਦਾ ਗਲਤੀਆਂ ਵਿੱਚ ਜ਼ਿੰਮੇਵਾਰ ਹੈ, ਹਾਂਜੀ, ਜਾਂ 100% ਸਹੀ ਕੰਮ ਉਹ ਕਰਦੇ ਨੇ। ਕਿਤੇ ਨਾ ਕਿਤੇ ਸਾਰੀਆਂ ਸਰਕਾਰਾਂ ਦੇ ਵਿੱਚ ਕੁਝ ਨਾ ਕੁਝ ਕਮੀਆਂ ਰਹੀਆਂ ਨੇ, ਤੇ ਅਸੀਂ ਆਪਣੀ ਸਰਕਾਰ ਦੇ ਹੁੰਦਿਆਂ ਵੀ ਜਿਹੜੇ ਇਸ਼ੂ ਰਹੇ ਨੇ ਸਾਡੇ ਪੰਜਾਬ ਦੇ, ਅਸੀਂ ਉਹਨਾਂ ਨੂੰ ਡਿਸਕਸ ਕਰਦੇ ਸੀ। ਜੋ ਸਾਡੇ ਐਨਰ ਦੀਆਂ ਪ੍ਰੋਬਲਮਾਂ ਸੀ, ਅਸੀਂ ਉਹਨਾਂ ਨੂੰ ਡਿਸਕਸ ਕਰਦੇ ਸੀ। ਉਹਨਾਂ ਨੂੰ ਸੋਲਵ ਕਰਾਉਣ ਦੇ ਵਿੱਚ ਅਸੀਂ ਗਰੰਟੀ ਲੈਂਦੇ ਸੀ ਕਿ ਅਸੀਂ ਅਗਰ ਕਿਸੇ ਨਾਲ ਕੋਈ ਨਜਾਇਜ਼ ਹੁੰਦੀ ਹੈ ਤੇ ਉਹ ਨਜਾਇਜ਼ ਨਹੀਂ ਹੋਣ ਦਿਆਂਗੇ, ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦਿਆਂਗੇ, ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਅਗਰ ਕੋਈ ਇਦਾਂ ਦਾ ਕੰਮ ਹੋਇਆ ਤਾਂ ਜਿਹੜਾ ਲੀਡਰ ਸਾਡੇ ਕੋਲ ਪਹਿਲਾਂ ਆਏਗਾ ਉਹਨੂੰ ਬਿਠਾ ਕੇ ਪੁੱਛਿਆ ਜਾਏਗਾ ਕਿ ਇਹ ਸਾਡੇ ਭਾਈ ਸਾਹਿਬ ਨੇ ਇੱਥੇ ਇਹਨਾਂ ਦੇ ਨਾਲ ਨਜਾਇਜ਼ ਹੁੰਦੀ, ਤੇ ਉਹਨਾਂ ਦੀ ਮਦਦ ਵੀ ਕੀਤੀ ਜਾ ਕੇ ਉਹਨਾਂ ਨੇ। ਠੀਕ ਹੈ। ਤੇ ਇਹ ਅਸੀਂ ਗਰੰਟੀ ਅਸੀਂ ਲਈਏ, ਅਸੀਂ ਅੱਖਾਂ ਬੰਦ ਕਰਕੇ ਕਿਸੇ ਸਰਕਾਰ ਦੇ ਪਿੱਛੇ ਭੱਜਣ ਵਾਲੇ ਬੰਦੇ ਨਹੀਂ। ਅਸੀਂ ਪੰਜਾਬ ਸਾਡੇ ਲਈ ਪਹਿਲਾਂ ਤੇ ਸਰਕਾਰਾਂ ਬਾਅਦ 'ਚ ਨੇ। ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਰਹੇ। ਮੈਨੂੰ ਇੱਥੇ ਹੁਣ ਆਏ ਨੂੰ 42 ਸਾਲ ਹੋ ਗਏ ਨੇ। ਹਾਂਜੀ। ਸਾਡੇ ਬੱਚੇ ਇੱਥੇ ਜੰਮੇ,
ਇੱਥੇ ਵਿਆਹੇ, ਸਾਰਾ ਕੁਝ ਇੱਥੇ। ਹਾਂਜੀ। ਪਰ ਅਜੇ ਵੀ ਧੜਕਣਾ ਸਾਡੀਆਂ ਪੰਜਾਬ ਦੇ ਆ ਦਿਲਾਂ ਵਿੱਚ ਸਾਡੇ ਧੜਕਦੀਆਂ ਕਿ ਸਾਡੇ ਕੋਈ ਵੀ ਮਾੜੀ ਘਟਨਾ ਵਾਪਰਦੀ ਤਾਂ ਸਾਡੇ ਬਹੁਤ ਦੁੱਖ ਹੁੰਦਾ। ਤੇ ਅਸੀਂ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਜਿਹੜੀ ਨਾ, ਜਿੱਦਾਂ ਸਾਡੇ ਗੁਰੂਆਂ ਨੇ ਪੰਜਾਬ ਨੂੰ ਬਣਾਇਆ ਚੜ੍ਹਦੀ ਕਲਾ ਵਿੱਚ, ਉੱਦਾਂ ਹੀ ਉੱਥੋਂ ਦੇ ਲੋਕ ਸਹੀ ਰਹਿਣ ਤੇ ਸੁੱਖ ਸਾਂਦੀਆਂ ਸਾਨੂੰ ਆਵਾਜ਼ਾਂ ਆਉਂਦੀਆਂ ਰਹਿਣ। ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿੱਥੇ ਜਿਹੜੀ ਸਰਕਾਰ ਦੇਖੋ ਹੁਣ ਅਕਾਲੀ ਦਲ ਹੈ, ਇਹਨੂੰ ਅਸੀਂ ਕਿਉਂ ਚੋਣ ਕੀਤਾ ਕਿ ਇਹ ਸਾਡੀ ਖੇਤਰੀ ਪਾਰਟੀ ਹੈ। ਅਕਾਲ ਪੁਰਖ ਦੀ ਫੌਜ, ਜਿੱਦਾਂ ਅਕਾਲੀ ਅਕਾਲ ਪੁਰਖ ਦੀ ਫੌਜ ਵਾਲੀ ਗੱਲ ਹੈ। ਸਾਡੇ ਬਜ਼ੁਰਗ ਜੇ ਨੇ, ਸਾਡੇ ਦਾਦੇ ਪੜਦਾਦੇ ਸਾਰੇ ਅਕਾਲੀ ਦਲ ਦੇ ਨਾਲ ਜੁੜੇ ਨੇ ਤੇ ਨੈਚੁਰਲੀ ਸਾਨੂੰ ਕੋਈ ਇਹ ਤੋਂ ਕੋਈ ਚੰਗੀ ਪਾਰਟੀ ਮਿਲੀ ਨਹੀਂ ਕਿ ਅਸੀਂ ਛੱਡ ਕੇ ਕਿਤੇ ਹੋਰ ਜਾਈਏ। ਪਹਿਲੀ ਗੱਲ ਕਿ ਇਹ ਸਾਡੀ ਧਰਮੀ ਪਾਰਟੀ ਹੈ ਤੇ ਕਿਤੇ ਨਾ ਕਿਤੇ ਸਾਡੇ ਧਰਮ ਵਾਸਤੇ ਜੋ ਅਕਾਲੀ ਦਲ ਕਰ ਸਕਦਾ ਦੂਜੀਆਂ ਪਾਰਟੀਆਂ ਨਹੀਂ ਕਰ ਸਕਦੀਆਂ। ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੇ ਇਹ ਬੜੇ ਹੀ ਮੋਰਚਿਆਂ ਤੋਂ ਬਾਅਦ, ਬੜੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਸੀ। ਆਪਾਂ ਨੂੰ ਪਤਾ ਕਿ ਭਾਈ ਲਛਮਣ ਸਿੰਘ ਜੀ ਸ਼ਹੀਦ ਹੋਏ ਸਨ, ਜਾ ਕੇ ਨਨਕਾਣਾ ਸਾਹਿਬ ਜੰਡ ਨਾਲ ਜਿਹੜੇ ਬੰਨ੍ਹ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਕੀ ਇਹ ਗੱਲ ਤੁਸੀਂ ਕਿਸ ਤਰੀਕੇ ਨਾਲ ਕਹੋਗੇ ਕਿ ਅੱਜ ਵੀ ਜਿਹੜਾ ਅਕਾਲੀ ਦਲ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਬਣਾਇਆ ਗਿਆ ਸੀ, ਕੀ ਅੱਜ ਤੁਸੀਂ ਉਸੇ ਅਕਾਲੀ ਦਲ ਨੂੰ ਉਸ ਤਰ੍ਹਾਂ ਦੇਖਦੇ ਹੋ? ਦੇਖੋ ਸੋਚ ਜਿਹੜੀ ਅਕਾਲੀ ਦਲ ਦੀ 100% ਉਹੀ ਹੈ, ਪਰ ਮੈਂ ਕਹਿੰਦਾ ਜਿਹੜੇ ਲੋਕ ਨੇ ਨਾ ਸਾਡੇ, ਉਹ ਬਦਲੇ ਨੇ ਕਿਤੇ ਨਾ ਕਿਤੇ। ਕਿਉਂਕਿ ਪਹਿਲਾਂ ਲੋਕ ਲੀਡਰਸ਼ਿਪ ਪਲੱਸ ਜਨਤਾ, ਪਹਿਲਾਂ ਜਨਤਾ ਵੀ ਜਿਹੜੀ ਸੀ ਸਮਰਪਿਤ ਸੀ ਆਪਣੇ ਧਰਮ ਨੂੰ। ਹੁਣ ਆਪਾਂ ਜੇ ਜ਼ਿਆਦਾ ਲੰਮੀ ਚੌੜੀ ਗੱਲ ਨਾ ਕਰੀਏ ਤਾਂ 1984 ਦੀ ਗੱਲ ਕਰ ਲਈਏ। 1984 ਦੇ ਵਿੱਚ ਸਾਡਾ ਧਾਰਮਿਕ ਸਥਾਨ ਸਭ ਤੋਂ ਵੱਡਾ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਜਿੱਥੇ ਉਹਨਾਂ ਨੇ ਹਮਲਾ ਕੀਤਾ, ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ। ਜੋ ਤਲਾਬ ਸਾਹਿਬ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ, ਉਹ ਖੂਨ ਕਰਤਾ ਉਹਨੂੰ। ਦਿੱਲੀ ਦੇ ਵਿੱਚ ਕਿੰਨਾ ਕੁਝ ਹੋਇਆ, ਕਈ ਜਗ੍ਹਾ ਬੇਅਦਬੀਆਂ ਹੋਈਆਂ, ਗੁਰਦੁਆਰੇ ਸਾਡੇ ਸਾੜੇ ਗਏ, ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਛੱਡ ਗਈਆਂ। ਜਿਹੜੀ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ, ਉਹ ਰਾਜ ਕਰ ਰਹੀ ਡਾਇਰੈਕਟਲੀ ਸਾਡੇ ਸਰਦਾਰ, ਸਾਡੇ ਭਾਈ ਜਾ ਕੇ ਉਸ ਸਰਕਾਰ ਦੇ ਅੱਜ ਤੱਕ ਆਨੰਦ ਮਾਣ ਰਹੇ ਨੇ। ਇਹ ਕੀ ਹੋਇਆ ਕਿ ਉਹਦੇ ਨਾਲ ਜਿਹੜੀ ਅਕਾਲੀ ਦਲ ਦੀ ਸਟਰੈਂਥ ਸੀ ਉਹ ਕਮਜ਼ੋਰ ਹੋਈ। ਜਿਨ੍ਹਾਂ ਨੇ ਅਕਾਲੀ ਦਲ ਨੂੰ ਸਪੋਰਟ ਕਰਨਾ ਸੀ ਉਹ ਪਾਰਟੀਆਂ ਨੂੰ ਕਰ ਲਾਪੇ ਮਦਦ, ਜਿਨ੍ਹਾਂ ਨੇ ਸਾਡੇ ਗਲੇ ਵੱਢੇ, ਜਿਨ੍ਹਾਂ ਨੇ ਸਾਡੇ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਕੀਤੇ ਤੇ ਉਹਨਾਂ ਦੇ ਬੁੱਕਲ ਵਿੱਚ ਜਾ ਕੇ ਬਹਿ ਗਏ। ਤੇ ਹੁਣ ਜਿਹੜੀ ਅਕਾਲੀ ਦਲ ਹੈ ਉਹਨੂੰ ਕਿਤੇ ਨਾ ਕਿਤੇ ਸੈਕੂਲਰ ਪਾਰਟੀ ਬਣ ਕੇ ਆਉਣਾ ਪਿਆ। ਉਹਦੇ ਵਿੱਚ ਜਿੰਨੇ ਪੰਜਾਬ ਦੇ ਲੋਕ ਨੇ ਕਿਸੇ ਧਰਮ ਦੇ ਵੀ ਹੋਏ, ਉਹਨਾਂ ਨੇ ਕਿਹਾ ਵੀ ਹੁਣ ਜੇ ਅਸੀਂ ਇਕੱਲੇ ਸਿੱਖ ਕਰੀਏ ਤੇ ਇਕੱਲੇ ਸਿੱਖ ਅਸੀਂ ਸਰਕਾਰ ਨਹੀਂ ਬਣਾ ਸਕਦੇ, ਇਟਸ ਨਾਟ ਪੋਸੀਬਲ। ਤੇ ਉਹਨਾਂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਧਰਮ ਨੇ ਉਹਨਾਂ ਸਾਰਿਆਂ ਤੋਂ ਚੰਗੇ ਲੋਕ ਲੈਣ ਦੀ ਕੋਸ਼ਿਸ਼ ਕੀਤੀ। ਥੈਂਕ ਯੂ ਵੀਰ ਜੀ। ਆਪਾਂ ਫਿਰ ਦੁਬਾਰਾ ਆਉਂਦੇ ਹਾਂ। ਹੁਣ ਸਾਡੇ ਨਾਲ ਹਿੰਮਤ ਸਿੰਘ ਜੀ ਸਰਪੰਚ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬੜੇ ਲੰਮੇ ਸਮੇਂ ਤੋਂ ਇੱਥੇ ਗੁਰੂ ਘਰ ਵੀ ਇਹਨਾਂ ਨੇ ਸੇਵਾ ਕੀਤੀ। ਬਾਬਾ ਮੱਖਣ ਸ਼ਾਹ ਲਵਾਣਾ, ਆਲਮੋਸਟ ਇਹਨਾਂ ਸਾਰਿਆਂ ਨੇ ਸੇਵਾ ਗੁਰੂ ਘਰਾਂ 'ਚ ਕੀਤੀ ਹੈ। ਜਿਵੇਂ ਕਿ ਹੁਣ ਇਹ ਕਹਿ ਰਹੇ ਸੀ ਸਾਨੂੰ ਨਾਲ ਹੋਰਨਾਂ ਦੀ ਵੀ ਲੋੜ ਪੈਂਦੀ ਹੈ, ਇਕੱਲੇ ਕੋਈ ਵੀ ਸਰਕਾਰ ਨਹੀਂ ਬਣਾ ਸਕਦਾ। ਹਿੰਮਤ ਸਿੰਘ ਜੀ, ਜਿੱਦਾਂ ਪਹਿਲਾਂ ਅਸੀਂ ਬੀਜੇਪੀ ਦੇ ਨਾਲ, ਹੁਣ ਬੀਜੇਪੀ ਤੋਂ ਬਾਅਦ ਬਹੁਜਨ ਸਮਾਜ ਪਾਰਟੀ, ਬੀਜੇਪੀ ਦਾ ਉਹਨਾਂ ਸਮਿਆਂ 'ਚ ਥੋੜ੍ਹਾ ਜਿਹਾ ਇਸ ਪਾਰਟੀ ਦਾ ਥੋੜ੍ਹਾ ਵੱਡਾ ਲੱਗਦਾ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਬੀਜੇਪੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਕਿੱਥੋਂ ਤੱਕ ਇਹ ਕਾਮਯਾਬ ਰਹੇਗੀ, ਜਿਹੜੀਆਂ ਇਹ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਸੀਂ ਨਵਾਂ ਚੈਨਲ ਲਾਇਆ ਸਾਂਝਾ ਪੰਜਾਬ, ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਵਧਾਈਆਂ। ਸੋ ਬੀਜੇਪੀ ਨਾਲ ਬੜੀ ਲੰਬੀ ਸਾਂਝ ਰਹੀ ਹੈ, ਪਰ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਇਹਨਾਂ ਨੇ ਬਹੁਤ ਗਲਤ ਜਿਹੜੇ ਕਿਸਾਨਾਂ ਤੇ ਜਿਹੜੇ ਕਿ ਇਹਨਾਂ ਨੇ ਜਿਹੜੀਆਂ ਮੰਗਾਂ ਸੀ ਇਹ ਨਹੀਂ ਮੰਨੀਆਂ, ਤੇ ਉਹਦੇ ਕਰਕੇ ਫਿਰ ਜਿਹੜੇ ਉਹਨੇ ਵੀ ਕਿਸਾਨ ਹੀ ਸੀ, ਜਿਹੜੇ ਸਾਡੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ, ਫਿਰ ਇਹਨਾਂ ਨੇ ਮਤਲਬ ਉਹਨਾਂ ਨੂੰ ਪਿੱਛੇ ਹਟਣਾ ਪਿਆ, ਕਿਉਂਕਿ ਪੰਜਾਬ ਦੇ ਵਿੱਚ ਰਹਿਣਾ ਤੇ ਪੰਜਾਬ ਦੇ ਵਿੱਚ ਫਿਰ ਜਿਹੜੇ ਆਪਣੇ ਲੋਕ ਨੇ, ਅਕਾਲੀ ਦਲ ਦੇ ਲੋਕ ਨੇ, ਉਹ ਵੀ ਉਲਟ ਹੁੰਦੇ ਸੀ। ਫਿਰ ਉਹਨਾਂ ਨੇ ਉਹਦੇ ਵਰਖਲਾਫ ਹੋ ਕੇ ਇਹਨਾਂ ਨੂੰ ਨਾਤਾ ਤੋੜਿਆ। ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਦੇ ਕੇ, ਤੇ ਨਾਲ ਉਹਨਾਂ ਨੇ ਵੀ ਇੱਧਰ ਕਿਸਾਨਾਂ ਦੇ ਨਾਲ ਮਦਦ ਕੀਤੀ। ਸੋ ਜਿਹੜੀ ਗੱਠਜੋੜ ਹੁਣ ਜਿਹੜੀ ਬਣਾਈ ਗਈ ਹੈ, ਉਹ ਕਿਉਂਕਿ ਪੰਜਾਬ ਦੇ ਵਿੱਚ ਇਕੱਲਾ ਨਹੀਂ ਕਾਮਯਾਬ ਹੋ ਸਕਦੇ। ਪਹਿਲੇ ਬੀਜੇਪੀ ਨਾਲ ਸੀ, ਹੁਣ ਬਹੁਜਨ ਸਮਾਜ ਪਾਰਟੀ ਨਾਲ ਬਣਾਇਆ ਕਿ ਉਹਦੇ ਨਾਲ ਰਲ ਕੇ ਜਿਹੜੀ ਆ ਇਹ ਸਰਕਾਰ ਬਣ ਸਕਦੀ ਹੈ, ਅਗਰ ਪੂਰੀ ਕੋਸ਼ਿਸ਼ ਕੀਤੀ ਜਾਵੇ ਤਾਂ। ਕਿਉਂਕਿ ਹੋਰ ਵੀ ਬਹੁਤ ਪਾਰਟੀਆਂ ਨੇ, ਬਹੁਤ ਇਸ ਟਾਈਮ ਤੇ ਜਿਹੜਾ ਇਹ ਇਲੈਕਸ਼ਨ 'ਚ ਆਈ ਹੈ, ਇਹਦੇ ਵਿੱਚ ਕਿੰਨੀਆਂ ਤੁਹਾਡੇ ਸਾਹਮਣੇ 5 ਹੋਰ ਆ ਗਈਆਂ ਨੇ। ਨਹੀਂ 6 ਹੋ ਗਈ, ਇੱਕ ਹੋਰ ਆਈ ਹੈ, ਤੁਹਾਨੂੰ ਪਤਾ ਨਹੀਂ ਸ਼ਾਇਦ। ਉਹ ਨੀਟੂ ਸ਼ਟਰਾਂ ਵਾਲਾ ਵੀ ਆ ਗਿਆ, ਆਪਣਾ ਸਾਰਾ ਪਰਿਵਾਰ ਲੈ ਗਿਆ। ਵੋਟ ਹੈ ਉਹ ਆਪਣੀ ਤਕਰੀਬਨ 2 ਕਰੋੜ ਤੋਂ ਥੋੜੀ ਜਿਹੀ ਉੱਤੇ ਆ, ਤੇ ਉਹਦੇ ਵਿੱਚ ਬੜੀ ਹੈ ਤੇ 70% ਪੋਲ ਹੋ ਜਾਏਗੀ ਜਾਂ 65-70 ਦੇ
ਵਿੱਚ ਹੀ ਹੁੰਦੀ ਹੈ ਤੇ 1.5 ਕਰੋੜ ਰਹਿ ਜਾਣੀ ਹੈ। ਤੇ ਜੇ ਆਪਾਂ ਐਵਰੇਜ ਕੱਢੀਏ ਤੇ 15 ਹਜ਼ਾਰ ਤੇ MLA ਬਣ ਸਕਦਾ ਹੈ। ਜੇ 15 ਨਾਲ ਆਓ ਤੁਸੀਂ ਕੋਈ 20 ਲੈ ਜਾਏਗਾ, 25 ਲੈ ਜਾਏਗਾ, ਇਸ ਐਵਰੇਜ ਦੇ ਵਿੱਚ ਜਿੱਤ ਸਕਦਾ। ਪਰ ਇਹਦੇ ਵਿੱਚ ਚਾਂਸ ਬਹੁਤ ਨੇ ਕਿ ਜਿਹੜੀ ਆਪਣੀ ਅਕਾਲੀ ਦਲ ਹੈ, ਇਹ ਜਿਹੜੀ ਪਾਰਟੀ ਹੈ, ਇਹਨੂੰ ਆਪਾਂ ਹਰ ਬੰਦਾ ਪਿੰਡਾਂ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਮੰਨਦੇ ਨੇ ਕਿ ਅਸੀਂ ਪੰਥਕ ਹਾਂ, ਪੰਥਕ ਨੂੰ ਵੋਟ ਪਾਣੀ, ਤੇ ਉਹਦੇ ਕਰਕੇ ਇਹਦੇ ਵਿੱਚ ਚਾਂਸ ਬਹੁਤ ਜ਼ਿਆਦਾ ਨੇ ਕਿ ਜਿਹੜੀ ਅਕਾਲੀ ਦਲ ਦੀ ਸਰਕਾਰ ਆਏਗੀ ਤੇ ਇਹ ਜਿਹੜੀ ਸਰਕਾਰ ਨਾਲ ਬਹੁਜਨ ਸਮਾਜ ਪਾਰਟੀ ਦੇ ਰਲ ਕੇ, ਕਿਉਂਕਿ ਉਹ ਵੀ ਜਿਹੜੇ ਆਪਣੇ ਲੋਕ ਨੇ ਉਹ ਵੀ ਨਾਲ ਰਲੇ ਨੇ, ਕਿਉਂਕਿ ਉਹ ਵੀ ਕੁਝ ਨਹੀਂ ਕਰ ਸਕਦੇ, ਤੇ ਰਲ ਕੇ ਇਹ ਜਿਹੜੀ ਸਰਕਾਰ ਹੈ ਬਣ ਜਾਵੇ। ਤੇ ਮੈਂ ਕਹਿੰਦਾ ਅੱਗੋਂ ਆਉਣ ਵਾਲਾ ਸਮਾਂ ਬਿਲਕੁਲ ਇਨਸਾਫ ਦੇ ਨਾਲ ਕਿਉਂ ਕੰਮ ਕਰਨ, ਜਿਹੜੀ ਨੌਜਵਾਨੀ ਸਾਂਭਣ, ਖਾਸ ਕਰਕੇ ਪੰਜਾਬ ਦੇ ਵਿੱਚ ਨੌਜਵਾਨੀ ਸਾਂਭੀ ਜਾਏਗੀ। ਔਰ ਦੇਖਦੇ ਆਪਾਂ ਕਿ ਉੱਥੇ ਦੇ ਬੱਚੇ ਪੜ੍ਹਦੇ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਉਹ ਪੜ੍ਹ ਕੇ ਬਾਹਰ ਜਾ ਰਹੇ ਨੇ। ਅਗਰ ਉੱਥੇ ਹੀ ਪੜ੍ਹ ਕੇ ਪੰਜਾਬ ਦੇ ਰੁਜ਼ਗਾਰ ਮਿਲੇ, ਆ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਕਿ ਸਾਰੇ ਅਫਸਰ ਬਾਹਰੋਂ ਆ ਰਹੇ ਨੇ। ਪੰਜਾਬ ਵਿੱਚ PCS ਵੀ ਉਹ ਵੀ ਬੰਦ ਕੀਤੇ ਨੇ, ਅਜੇ ਤੱਕ ਖੋਲਦੇ ਨਹੀਂ। ਫਿਰ IAS PCS ਪਰ ਉਹ ਸਾਰੇ ਬਾਹਰ ਜਾ ਰਹੇ ਨਾ, ਆਈਲੈਟ ਕਰਕੇ ਸਾਰੇ ਬਾਹਰ ਜਾ ਰਹੇ। ਕਿਉਂ ਜਾ ਰਹੇ ਨੇ? ਕਿ ਨੌਕਰੀ ਨਹੀਂ ਮਿਲ ਰਹੀ। ਤਾਂ ਰੋਟੀ ਤਾਂ ਖਾਣੀ ਨਾ ਹਰ ਇੱਕ ਨੇ, ਤੇ ਜੇ ਰੋਟੀ ਨਾ ਮਿਲੇਗੀ ਤੇ ਉੱਥੇ ਭੁੱਖੇ ਬਣਨਗੇ। ਤੇ ਬਾਹਰ ਆ ਕੇ ਦੇਖੋ, ਰੋਟੀ ਪਾ ਕੇ ਉਹਨਾਂ ਦਾ ਫਿਊਚਰ ਕੁਝ 2-3 ਸਾਲ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਉਹਦੇ ਬਾਅਦ ਆ ਕੇ ਉਹ ਬਹੁਤ ਅੱਛੀ ਤਰ੍ਹਾਂ ਰੋਟੀ ਵੀ ਖਾਂਦੇ, ਗੱਡੀ ਵੀ ਚੰਗੀ ਰੱਖਦੇ ਨੇ, ਔਰ ਘੁੰਮਦੇ ਫਿਰਦੇ ਵੀ ਨੇ, ਇੰਡੀਆ ਵੀ ਜਾਂਦੇ ਨੇ। ਸੋ ਇਸ ਕਰਕੇ ਜਦੋਂ ਇਹ ਚੀਜ਼ ਪੰਜਾਬ 'ਚ ਮਿਲਣ ਲੱਗ ਪਵੇ ਤੇ ਤੁਹਾਨੂੰ ਕਿਸੇ ਨੂੰ ਵੀ ਬਾਹਰ ਆਉਣ ਦੀ ਲੋੜ ਨਹੀਂ ਹੈ, ਇੰਨੇ ਪੈਸੇ ਦੇਣ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਇਹ ਕਹਿੰਦੇ ਕਿ ਜੇ ਸਰਕਾਰ ਆਪਣੀ ਬਣਦੀ ਹੈ ਤੇ ਹੁਣ ਇਹੋ ਪਾਸਾ ਸੋਚ ਲੈਣ ਕਿ ਆਪਾਂ ਇਹ ਨੌਜਵਾਨ ਜਿਹੜੇ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣੇ, ਇੱਥੇ ਰੁਜ਼ਗਾਰ ਦੇਣਾ ਇਹਨਾਂ ਨੂੰ, ਇੱਥੇ ਰੁਜ਼ਗਾਰ ਦਈਏ ਤੇ ਇੱਥੇ ਹੀ ਨੌਕਰੀਆਂ ਕਰਨ, ਇੱਥੇ ਆਪਣੀਆਂ ਜੌਬਾਂ ਕਰਨ, ਔਰ ਸਾਰੇ ਹੀ ਪੰਜਾਬ ਨੂੰ ਖੁਸ਼ਹਾਲ ਬਣਾਉਣ। ਸੋ ਦੁਬਾਰਾ ਤੁਹਾਨੂੰ ਫੇਰ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਸੋ ਹੁਣ ਸਾਡੇ ਨਾਲ ਬਲਵਿੰਦਰ ਸਿੰਘ ਜੀ ਨਵਾਂਸ਼ਹਿਰ, ਜਿਹੜੇ ਕਿ ਅਕਾਲੀ ਦਲ ਦੇ ਅਹੁਦੇਦਾਰ ਵੀ ਅਤੇ ਇੱਥੋਂ ਦਾ ਜਿਹੜਾ ਖਾਸ ਕਰਕੇ ਯੂਥ ਅਕਾਲੀ ਦਲ ਹੈ, ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਬਲਵਿੰਦਰ ਸਿੰਘ ਜੀ, ਹੁਣ ਕਿਹੜੀਆਂ ਤੁਸੀਂ ਗੱਲਾਂ ਨਵੀਆਂ ਸੋਚ ਰਹੇ ਹੋ ਕਿ ਜਿਹੜੇ ਵਾਅਦੇ ਲੋਕਾਂ ਦੇ ਨਾਲ ਕਰਕੇ ਆਪਾਂ ਉੱਥੇ ਅਕਾਲੀ ਦਲ ਦੇ ਕੋਲੋਂ ਜਿਹੜੀਆਂ ਆਪਾਂ ਉਹਨਾਂ ਦੇ ਲਈ ਵੋਟਾਂ ਮੰਗਾਂਗੇ, ਕਿਉਂਕਿ ਮੈਨੂੰ ਪਤਾ ਤੁਸੀਂ ਸਾਰੀ ਟੀਮ ਉੱਥੇ ਸਪੋਰਟ ਦੇ ਲਈ ਵੀ ਜਾ ਰਹੇ ਹੋ, ਅਤੇ ਇੱਥੇ ਦਾ ਜਿਹੜਾ ਯੂਥ ਹੈ ਤੁਹਾਨੂੰ ਕੀ ਸਹਿਯੋਗ ਦੇ ਰਿਹਾ ਤੇ ਤੁਹਾਨੂੰ ਕੀ ਕੁਐਸਚਨ ਕਰ ਰਿਹਾ? ਪਹਿਲਾਂ ਤਾਂ ਬਾਜਵਾ, ਤੁਹਾਨੂੰ ਨਵਾਂ ਤੁਹਾਡਾ ਚੈਨਲ ਸਾਂਝਾ ਪੰਜਾਬ ਖੋਲ੍ਹਿਆ, ਇਹਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਤੇ ਬਾਕੀ ਜਿਹੜੇ ਤੁਸੀਂ ਗੱਲ ਕਹੀ ਵੀ ਯੂਥ ਇੱਥੇ NRI, ਸਾਡੇ ਨਾਲ ਯੂਥ ਜਿਹੜਾ NRI ਵਿੰਗ ਆ ਸਾਡਾ, ਮਤਲਬ ਇੰਨਾ ਕੰਮ ਕਰ ਰਹੇ ਆ ਇਸ ਵੇਲੇ ਕਿ ਸਾਨੂੰ ਜਿੰਨਾ ਇੱਥੇ ਅਸੀਂ ਕੰਮ ਕਰਦੇ ਆ ਉਹਨਾਂ ਪੰਜਾਬ 'ਚ ਵੀ ਨਹੀਂ ਉਹ ਕਰਦੇ ਹੋਣੇ। ਤੇ ਜਿਹੜੇ ਤੁਸੀਂ ਕੁਐਸਚਨ ਕਹਿੰਦੇ ਆ ਵੀ ਅਸੀਂ ਕੁਝ ਜਿਹੜੇ NRI ਇੱਥੇ ਦੇ ਹੈਗੇ, ਅਸੀਂ ਹਮੇਸ਼ਾ ਹੀ ਜਿਹੜੇ ਪੰਜਾਬ ਇੱਥੇ ਮਸਲੇ ਪੰਜਾਬ ਦੇ ਨੇ, ਅਸੀਂ ਜ਼ਰੂਰ ਸਾਰਿਆਂ ਨਾਲ ਉੱਥੇ ਡਿਸਕਸ ਕਰੀਦੇ ਆ। ਤੇ ਹੁਣ ਵੀ ਅਸੀਂ ਜਾਣਾ, ਹੁਣ ਵੀ ਅਸੀਂ ਮੀਟਿੰਗ ਕਰਾਂਗੇ। ਜਿਹੜੀ ਕੋਈ ਪ੍ਰੋਬਲਮ ਹੈਗੀ, ਜਿੱਦਾਂ ਤੁਸੀਂ ਹੁਣ ਕਹਿੰਦੇ ਵੀ ਨੌਕਰੀਆਂ ਦੀ ਗੱਲ ਕੀਤੀ ਆ, ਯੂਥ ਬਾਹਰ ਜਾਂਦਾ ਆ, ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਕਹਾਂਗੇ ਵੀ ਜਿਹੜੀ ਇਹ ਯੂਥ ਵਾਸਤੇ ਨੌਕਰੀਆਂ ਜ਼ਰੂਰ ਇੱਥੇ ਕੁਛ ਨਾ ਕੁਛ ਕੱਢੀਆਂ ਜਾਣ। ਜਿਹੜੀ ਵੀ ਪ੍ਰੋਬਲਮ ਆ ਉਹ ਉੱਥੇ ਪਹਿਲ ਦੇ ਆਧਾਰ ਤੇ ਸੋਲਵ ਕੀਤੀ ਜਾਵੇ। ਇਸ ਕਰਕੇ ਅਸੀਂ ਹੁਣ ਸਾਰਿਆਂ ਨੇ ਜਾਣਾ ਤੇ ਉੱਥੇ ਇਲੈਕਸ਼ਨ ਵਾਸਤੇ ਚੱਲੇ ਆ, ਤੇ ਸਪੋਰਟ ਉੱਥੇ ਸਾਰੀ ਪੂਰੀ ਤਰ੍ਹਾਂ, ਤੇ NRI ਯੂਥ ਦੀ ਪੂਰੀ ਫੁੱਲ ਸਪੋਰਟ ਆ। ਤੇ ਸਾਨੂੰ ਪੂਰੀ ਉਮੀਦ ਆ ਜਿਹੜੀ ਆਉਣ ਵਾਲੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਤੇ BSP ਦੀ ਜ਼ਰੂਰ ਬਣੂ। ਠੀਕ ਹੈ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵਸਦੇ ਹਨ, ਖਾਸ ਕਰਕੇ ਮੈਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਇਹਨਾਂ ਦਾ ਸੁਭਾਅ ਹੈ ਕਿ ਇਹ ਆਪਣੀ ਮਿੱਟੀ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਹੋਰ ਵੀ ਸਟੇਟਸ ਦੇ ਲੋਕ ਜ਼ਰੂਰ ਹੋਣਗੇ, ਪਰ ਆਪਾਂ ਦੇਖਦੇ ਹਾਂ ਕਿ ਜਦੋਂ ਇੱਥੇ ਕੋਈ ਵੀ ਪਾਰਟੀ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧ ਜ਼ਰੂਰ ਰੱਖਦੇ ਹਨ। ਮੈਂ ਪ੍ਰੀਤਮ ਸਿੰਘ ਜੀ ਪ੍ਰਧਾਨ ਸਾਹਿਬ ਤੋਂ ਇੱਕ ਗੱਲ ਹੋਰ ਪੁੱਛਣੀ ਚਾਹਾਂਗਾ। ਜਿਸ ਤਰ੍ਹਾਂ ਇੱਥੇ ਆਮ ਪਬਲਿਕ ਹੈ, ਜਿੱਦਾਂ ਤੁਸੀਂ ਇੱਥੋਂ ਦੇ ਅਹੁਦੇਦਾਰ ਹੋ, ਇੰਨੀ ਸਪੋਰਟ ਕਰਦੇ ਹੋ, ਮਾਇਆ ਵੀ ਦਿੰਦੇ ਹੋ, ਸਭ ਕੁਝ ਕਰਦੇ ਹੋ, ਜੇ ਕਿਸੇ ਨੂੰ ਉੱਥੇ ਕੋਈ ਕੰਮ ਪੈ ਜਾਂਦਾ, ਉਹ ਜੇ ਤੁਹਾਡੇ ਉਹ ਇਕੱਲਾ ਤੁਹਾਨੂੰ ਯੂਜ਼ ਹੀ ਕਰਦੇ ਨਾ, ਕਿ ਤੁਹਾਡੇ ਕਦੇ ਕਹਿਣ ਦੇ ਉੱਤੇ ਕਿਸੇ ਦਾ ਕੰਮ ਵੀ ਹੁੰਦਾ? ਇਹ ਗੱਲ ਜ਼ਰੂਰ ਖੁੱਲ੍ਹ ਕੇ ਦੱਸਿਓ, ਜੇ ਹੁੰਦਾ ਤਾਂ ਵੀ, ਜੇ ਨਹੀਂ ਹੁੰਦਾ ਤਾਂ ਵੀ। ਦੇਖੋ ਜੀ, ਜੋ ਪਿੱਛੇ ਸਮਾਂ ਜਿਹੜਾ ਲੰਘ ਗਿਆ, ਉਦੋਂ ਵੀ ਸਾਡੇ ਪ੍ਰਧਾਨ ਸਰਦਾਰ ਹਰਬੀਰ ਸਿੰਘ ਜੀ ਰਹੇ ਨੇ ਇੱਥੇ ਨਿਊਯਾਰਕ ਦੇ। ਤੇ ਸਮੇਂ ਦੇ ਨਾਲ ਜੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਪਿਆ ਉੱਥੇ, ਭਾਵੇਂ ਥਾਣਿਆਂ ਦਾ ਪਿਆ, ਭਾਵੇਂ ਕਿਸੇ ਤਰੀਕੇ ਦਾ ਪਿਆ, ਤੇ ਸਾਡੇ ਕੰਮ ਸਰਕਾਰ ਸਾਡੀ ਕਰਦੀ ਰਹੀ ਹੈ। ਹੁਣ ਵੀ ਮੈਂ ਇੱਕ ਵਿਸ਼ਵਾਸ ਤੁਹਾਨੂੰ ਦਵਾਨਾ, ਆਪਣੇ NRI ਜਿੱਥੇ ਮੇਰੀ ਆਵਾਜ਼ ਸੁਣਦੇ ਨੇ ਪੂਰੇ ਅਮਰੀਕਾ ਦੇ ਵਿੱਚ, ਮੇਰੇ ਨਾਲ ਖੱਟੜ ਸਾਹਿਬ, ਸਰਪੰਚ ਸਰਦਾਰ ਹਰਬੀਰ ਸਿੰਘ ਜੀ, ਸਰਦਾਰ ਹਿੰਮਤ ਸਿੰਘ ਚੇਅਰਮੈਨ, ਬਲਵਿੰਦਰ ਸਿੰਘ ਨਵਾਂਸ਼ਹਿਰ, ਸਾਡੇ ਪ੍ਰਧਾਨ ਯੂਥ ਦੇ, ਅਸੀਂ ਤੁਹਾਨੂੰ ਇੱਕ ਵਾਅਦਾ ਕਰਨਾ, ਮੈਂ ਇੱਕ, ਜੇ ਸਾਡੀ ਸਰਕਾਰ ਵਾਹਿਗੁਰੂ ਲੈ ਆਵੇ, ਸਾਡੇ CM ਸੁਖਬੀਰ ਸਿੰਘ ਬਾਦਲ ਬਣ ਜਾਣ, ਤੇ ਮੇਰੀ ਉਹਨਾਂ ਨੂੰ ਪੂਰੀ ਜਿਹੀ ਬੇਨਤੀ ਹੈ
ਕਿ ਇੱਕ ਮੇਰਾ ਆਪਣਾ ਸੁਝਾਅ ਓਪੀਨੀਅਨ ਹੈ ਕਿ ਜਿੰਨੇ ਅਸੀਂ NRI ਨਾ ਹੋਵੇ ਨਾ ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋਵੇ। NRI ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਜਿਹੜਾ ਬੈਠਾ ਹੈ ਅੱਜ, ਜਿਹੜਾ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਲਪ ਕਰ ਰਿਹਾ ਹੈ, ਜਾਂ ਜਿੰਨੇ ਵੀ ਛੋਟੇ ਮੋਟੇ ਬਿਜ਼ਨਸ ਨੇ ਉਹ NRI ਸਿਰ ਤੇ, NRI ਜਿਹੜੇ ਭੈਣ ਭਰਾ ਸਾਡੇ ਨੇ ਉਹਨਾਂ ਦੇ ਸਿਰ ਤੇ ਚੱਲ ਰਹੇ ਨੇ। ਤੇ ਮੇਰੀ ਇੱਕ ਰਿਕੁਐਸਟ ਹੈ, ਜੇ ਸਾਡੀ ਸਰਕਾਰ ਆ ਜਾਏ ਤੇ ਅਸੀਂ ਇੱਥੋਂ ਇੱਕ ਵਫਦ ਜਾਵਾਂਗੇ ਆਪਣੇ CM ਸਾਹਿਬ ਦੇ, ਜਦੋਂ ਬਣ ਜਾਏ ਸਰਕਾਰ। ਮੈਂ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਬੱਚੇ ਅੱਜ ਪੂਰੇ ਵਰਲਡ ਦੇ ਵਿੱਚ ਜਾ ਕੇ ਬਾਰਡਰਾਂ ਤੋਂ, ਵੇਖੋ ਕੱਲ੍ਹ ਹੀ ਜੇ ਕਿੰਨੀ ਵੱਡੀ ਹੈਪਨ ਹੋਈ ਹੈ ਕੈਨੇਡਾ ਦੇ ਵਿੱਚ, ਜਿਵੇਂ ਸਾਡੇ ਮਤਲਬ ਮੌਤਾਂ ਹੋ ਰਹੀਆਂ ਨੇ, ਹੋ ਰਹੀ ਐਸੀ ਵੀ ਜੰਗਲਾਂ ਦੇ ਵਿੱਚੋਂ ਲੋਕ ਸਾਡੇ ਅਜੇ ਆ ਰਹੇ ਨੇ ਮਸੀਕੋ ਬਾਰਡਰ ਨੂੰ। ਤੇ ਇੱਕ ਇਹੋ ਜਿਹਾ ਰੁਜ਼ਗਾਰ ਮੈਂ ਬੇਨਤੀ ਜ਼ਰੂਰ ਕਰਾਂਗਾ, ਜੇ ਸਰਕਾਰ ਸਾਡੀ ਆ ਜਾਏ, ਜਿੰਨੇ ਵੀ NRI ਬਾਹਰ ਦੇਸ਼ਾਂ, ਇੱਥੇ ਬਹੁਤ ਪੈਸਾ ਸਾਡੇ NRI ਕੋਲ, ਇੰਨਾ ਪੈਸਾ ਹੈ, ਕਈ ਛੋਟੀ ਛੋਟੀਆਂ ਇੰਡਸਟਰੀਆਂ ਸਾਨੂੰ ਉਸ ਪੰਜਾਬ 'ਚ ਲਾਉਣ ਦੇਣ ਕਿ ਜਿਹੜੇ ਸਾਡੇ ਬੱਚੇ ਨੇ ਉਹ ਬਾਹਰ ਨਾ ਨਿਕਲ ਸਕਣ, ਉੱਥੇ ਉਹਨਾਂ ਨੂੰ ਪੂਰਾ ਰੁਜ਼ਗਾਰ ਮਿਲੇ। ਇੰਨਾ ਐਡੇ ਐਡੇ ਵੱਡੇ ਸਾਡੇ ਸਰਮਾਏਦਾਰ ਬੈਠੇ ਨੇ, ਅਮਰੀਕਾ, ਕੈਨੇਡਾ, ਹਰ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ, ਜੇ ਛੋਟੀ ਛੋਟੀ ਇੰਡਸਟਰੀ ਵੀ ਭਾਵੇਂ ਜਿੱਥੇ ਕੋਈ ਕਿਸੇ ਨੂੰ ਕੋਈ ਜਗ੍ਹਾ ਮਿਲਦੀ ਪੰਜਾਬ ਦੇ ਵਿੱਚ, ਉੱਥੇ ਛੋਟੀ ਛੋਟੀ ਇੰਡਸਟਰੀ ਲਾ ਕੇ ਸਾਡੇ ਬੱਚਿਆਂ ਨੂੰ ਬਾਹਰ ਨਾ ਆਉਣ ਦੇਣ। ਜਿੰਨੇ ਵੀ ਸਾਡੇ PS, ਜਿੰਨੇ ਵੱਡੇ ਸਾਡੇ ਅਫਸਰ ਬਣਦੇ ਨੇ, ਉਹ ਉੱਥੇ ਰਹਿਣ, ਉੱਥੇ ਕੰਮ ਕਰਨ, ਤੇ ਸਾਨੂੰ ਬਾਹਰ ਨਿਕਲਣ ਦੀ ਕੋਈ ਲੋੜ ਨਹੀਂ। ਮੇਰੀ ਇਹੋ ਰਿਕੁਐਸਟ ਆਪਣੀ ਆਉਣ ਵਾਲੀ ਸਰਕਾਰ ਨੂੰ। ਰਘਵੀਰ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਖਾਸ ਕਰਕੇ ਪ੍ਰਦੇਸ਼ਾਂ ਵਿੱਚ ਵੀ ਅਤੇ ਆਪਣੇ ਵਤਨ ਦੇ ਵਿੱਚ ਵੀ ਇੱਕ ਬਹੁਤ ਵੱਡਾ ਜਿਹੜਾ ਗਿਲਾ ਸ਼ਿਕਵਾ ਸਰਕਾਰਾਂ ਦੇ ਉੱਤੇ ਲੋਕਾਂ ਨੂੰ ਅੱਜ ਵੀ ਹੈ ਤੇ ਪਹਿਲਾਂ ਵੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਿਹੜੇ ਉਹਨਾਂ ਦੇ ਦੋਸ਼ੀ ਸਨ ਉਹਨਾਂ ਨੂੰ ਫੜਨ ਦੇ ਵਿੱਚ, ਉਹਨਾਂ ਨੂੰ ਸਜ਼ਾਵਾਂ ਦੇਣ ਦੇ ਵਿੱਚ ਦੋਨੇ ਸਰਕਾਰਾਂ ਬਿਲਕੁਲ ਫੇਲ ਹੋ ਚੁੱਕੀਆਂ ਹਨ, ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ। ਤੁਸੀਂ ਇਸ ਦੇ ਬਾਰੇ ਆਪਣੇ ਵੱਲੋਂ, ਅਕਾਲੀ ਦਲ ਨਾਲ ਤੁਸੀਂ ਜੁੜੇ ਹੋ, ਤੁਸੀਂ ਇਸ ਦਾ ਆਪਣੇ ਇੱਥੋਂ ਦੇ ਲੋਕਾਂ ਨੂੰ ਕੀ ਜਵਾਬ ਦਿਓਗੇ? ਬਲਵਿੰਦਰ ਜੀ, ਇਹ ਬਹੁਤ ਮਾੜੀ ਘਟਨਾ ਕਿ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਪਾੜ ਕੇ ਸੁੱਟਣਾ, ਖਾਸ ਕਰਕੇ ਸਿੱਖਾਂ ਵਾਸਤੇ ਇਹ ਬਹੁਤ ਜ਼ਿਆਦਾ ਦਿਲ ਨੂੰ ਤੜਫਾਉਣ ਵਾਲੀ ਗੱਲ ਹੋ ਜਾਂਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਹਾਜ਼ਰ ਨਾਜ਼ਰ ਗੁਰੂ ਸਮਝਦੇ ਹਾਂ। ਜਦੋਂ ਇਹਦੇ ਪੱਤਰਿਆਂ ਨਾਲ ਇੱਦਾਂ ਦੀਆਂ ਘਟਨਾ ਵਾਪਰਦੀਆਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਤੇ ਸਾਡੇ ਜਿਹੜੇ ਹਿਰਦੇ ਨੇ ਵਿਨੂਦੜੇ ਜਾਂਦੇ ਨੇ। ਇਹਦੇ ਵਾਸਤੇ ਇੱਕ ਤਾਂ ਮੈਂ ਕਹਿੰਦਾ ਵੀ ਸਪੈਸ਼ਲ ਕੋਈ ਕਾਨੂੰਨ ਬਣਨੇ ਚਾਹੀਦੇ ਨੇ, ਜਿੱਦਾਂ ਕਿਸੇ ਨੂੰ ਕਤਲ ਕੀਤਾ ਜਾਏ ਤੇ ਉਹਨੂੰ ਫਾਂਸੀ ਦੀ ਸਜ਼ਾ। ਨਹੀਂ, ਉਹ ਕਾਨੂੰਨ ਜਿਹੜੇ ਚਲੋ ਬਣਨਗੇ, ਪਰ ਹੁਣ ਜਿਹੜੀ ਤੁਸੀਂ ਇਹਨਾਂ ਦੋਨਾਂ ਸਰਕਾਰਾਂ ਨੂੰ ਕੀ ਰੀਜ਼ਨ ਹੋ ਸਕਦਾ ਕਿ ਇਹ ਅਜੇ ਤੱਕ ਜਿਹੜੀਆਂ ਸਜ਼ਾਵਾਂ ਨਹੀਂ ਦਵਾ ਸਕੇ? ਵੇਖੋ, ਕੁਝ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਤੇ ਉਹਨਾਂ ਦੇ ਹੁਣ ਚਲਾਕੀ ਸੀ ਕਿਸੇ ਬੰਦਿਆਂ ਦੀ ਜਾਂ ਕੀ ਸੀ, ਉਹਨਾਂ ਨੂੰ ਮੈਂਟਲੀ ਅਪਸੈਟ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਵੇਖੋ, ਇੱਕ ਕਾਨੂੰਨ ਹੈ, ਅਗਰ ਕਿਸੇ ਦਾ ਜਿਹੜਾ ਦਿਮਾਗ ਦਾ ਆਪਸੀ ਕੋਈ ਹੈ ਨਹੀਂ ਸਹੀ, ਤੇ ਉਹਨੂੰ ਕਾਨੂੰਨ ਵੀ ਕਹਿੰਦਾ ਵੀ ਇਹਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅੱਜ ਤੱਕ ਇਹੋ ਹੀ ਹੁੰਦਾ ਆ ਰਿਹਾ। ਜਿਹੜੀਆਂ ਸਰਕਾਰਾਂ ਨੇ ਇਹਦੇ ਵਿੱਚ, ਮੈਂ ਕਿਸੇ ਨੂੰ ਇਹ ਨਹੀਂ ਕਹਾਂਗਾ ਵੀ ਇਹਨਾਂ ਦਾ ਕਿਸੇ ਦਾ ਕੋਈ ਕਸੂਰ ਨਹੀਂ। ਪੁਲਿਸ ਡਿਪਾਰਟਮੈਂਟ ਦਾ, ਸਰਕਾਰਾਂ ਦਾ ਕਿਤੇ ਨਾ ਕਿਤੇ ਅਣਗਹਿਲੀ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ, ਜਿਸ ਦਬਾਅ ਦੇ ਨਾਲ ਇਹਨਾਂ ਨੂੰ ਪੈਰਵਾਈ ਕਰਨੀ ਚਾਹੀਦੀ ਸੀ, ਉਹ ਕਿਤੇ ਨਾ ਕਿਤੇ ਨਹੀਂ ਕਰ ਸਕੀਆਂ। ਇਹਦੇ ਵਿੱਚ ਮੈਂ ਸਾਰਿਆਂ ਦੀ ਸਰਕਾਰਾਂ ਦੀ ਜ਼ਿੰਮੇਵਾਰੀ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਜਿਹੜੀ ਹੈ, ਐਜ ਏ ਸਿੱਖ ਮੇਰਾ ਆਪਣਾ ਵਿਚਾਰ ਹੈ, ਇਹ ਗੁਰੂ ਗ੍ਰੰਥ ਸਾਹਿਬ ਬਾਣੀ ਇੱਕ ਵਿਚਾਰਧਾਰਾ, ਇਹ ਵਰਕੇ ਨਹੀਂ, ਇੱਕ ਵਿਚਾਰਧਾਰਾ। ਇਹ ਵਿਚਾਰਧਾਰਾ ਜਿਹੜੀ ਸਿੱਖੀ ਦੀ ਖਤਮ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਇਹਨੂੰ ਕੋ ਪਾੜ ਲੇ, ਜੋ ਮਰਜ਼ੀ ਕਰ ਚੇ, ਇਹ ਚੜ੍ਹਦੀ ਕਲਾ 'ਚ ਰਹਿਣੀ ਹੈ, ਤੇ ਜਿੰਨੇ ਤੱਕ ਦੁਨੀਆ ਚੱਲਦੀ ਹੈ ਉਨੇ ਚਿਰ ਵਿਚਾਰਧਾਰਾ ਰਹਿਣੀ, ਕਿਉਂਕਿ ਸਿੱਖਾਂ ਦਾ ਜਿਹੜਾ ਧਰਮ ਹੈ, ਗੁਰੂ ਗ੍ਰੰਥ ਸਾਹਿਬ ਹੈ, ਇੱਕ ਯੂਨੀਵਰਸਲ ਧਰਮ ਹੈ। ਇਹਦੇ ਵਿੱਚ ਸਾਰੇ ਧਰਮਾਂ ਦੀ ਨੁਮਾਇੰਦਗੀ ਕੀਤੀ ਗਈ ਹੈ, ਤੇ ਕੋਈ ਵੀ ਦੁਨੀਆ ਦਾ, ਵਰਲਡ ਦਾ ਆਦਮੀ ਪੜ੍ਹੇ ਇਹਨੂੰ ਤੇ ਸਮਝੇ, ਉਹਨੂੰ ਲੱਗਦਾ ਕਿ ਮੈਂ ਆਪਣੇ ਧਰਮ ਪੜ੍ਹ ਰਿਹਾ, ਉਹਨੂੰ ਆਪਣਾ ਆਪ ਲੱਗਦਾ। ਤੇ ਇਹ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਬੜੀ ਜ਼ਬਰਦਸਤ ਹੈ। ਇਹਨੂੰ ਇੰਨਾ ਵੀ ਨਹੀਂ ਲੈਣਾ ਚਾਹੀਦਾ ਆਪਾਂ ਨੂੰ ਕਿ ਜੋ ਸਾਨੂੰ ਤੜਫਾਉਣ ਲਈ ਲੋਕੀ ਕਰਦੇ ਨੇ, ਇਹਦਾ ਕੰਟਰੋਲ ਹੋਣਾ ਚਾਹੀਦਾ। ਪਰ ਜੇ ਕੋਈ ਮੂਰਖ ਬੰਦਾ ਇਹੋ ਜਿਹੀ ਗਲਤੀ ਕਰਦਾ ਨਾ, ਤਾਂ ਉਹਨੂੰ ਕਰਮਾਂ ਦੀ ਸਜ਼ਾ ਗੁਰੂ ਮਹਾਰਾਜ ਵੀ ਦੇਗਾ ਉਹਨੂੰ। ਤੇ ਕੀ ਕਹਿਣਾ ਚਾਹੋਗੇ ਤੁਸੀਂ ਸਰਪੰਚ ਸਾਹਿਬ, ਜਿੱਦਾਂ ਪਿੱਛੇ ਜੀ ਹਰਿਮੰਦਰ ਸਾਹਿਬ ਬੇਅਦਬੀ ਕਰਨ ਆਪਾਂ ਸਾਰਿਆਂ ਨੇ ਦੇਖਿਆ, ਉਹ ਬੇਅਦਬੀ ਕਰਨ ਆਇਆ, ਉੱਥੋਂ ਸੰਗਤ ਨੇ ਫੜ ਕੇ ਉਹਨਾਂ ਨੂੰ, ਉੱਥੋਂ ਹੀ ਉਹਨਾਂ ਨੇ ਉਹਨੂੰ ਜਿਹੜੀ ਉਹਦੀ ਸਜ਼ਾ ਬਣਦੀ ਸੀ ਉਸ ਨੂੰ ਦੇ ਦਿੱਤੀ। ਜਦੋਂ ਲੋਕਾਂ ਦਾ ਸਰਕਾਰਾਂ ਤੋਂ, ਗੌਰਮੈਂਟਾਂ ਤੋਂ ਜਿਹੜਾ ਵਿਸ਼ਵਾਸ ਉੱਠ ਜਾਂਦਾ, ਤਾਂ ਫਿਰ ਜਿਹੜੀ ਪਬਲਿਕ ਹੈ ਜਾਂ ਸੰਗਤ ਆ, ਜਿਹੜੇ ਸੇਵਾਦਾਰ ਹੈ ਜਾਂ ਕੋਈ ਵੀ ਨਾ, ਉਹ ਫਿਰ ਉਹਨਾਂ ਨੂੰ ਕਈ ਵਾਰੀ ਇਸ ਤਰ੍ਹਾਂ ਕਰਨਾ ਚਾਹੁੰਦਾ। ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਵੇਖਦੇ ਹੋ? ਜਿਹੜਾ ਉਹ
ਆਦਮੀ ਗਿਆ ਸੀ, ਜਿਸ ਤਰ੍ਹਾਂ ਉਹਨੇ ਛਾਲ ਮਾਰ ਕੇ ਗ੍ਰੰਥ ਸਾਹਿਬ ਦੇ ਕਿਰਪਾਨ ਚੁੱਕੀ ਬੇਅਦਬੀ ਕਰਨ ਗਿਆ ਸੀ, ਅਗਰ ਉਹਨੂੰ ਨਾ ਫੜਦੇ ਤੇ ਫਿਰ ਉੱਤੇ ਉਹ ਬੈਠ ਗਿਆ ਸੀ ਤੇ ਚੜ ਗਿਆ ਸੀ। ਕਿਉਂਕਿ ਇਹੋ ਜਿਹਾ ਨੂੰ ਮੈਂ ਕਹਿੰਦਾ ਕਿ ਬਿਲਕੁਲ ਵਧੀਆ ਕੀਤਾ। ਜਿਹੜਾ ਜਿੰਨੀ ਵੀ ਸੰਗਤ ਸੀ ਉਹਨਾਂ ਨੇ ਇਲਜਾ ਕੇ ਉਹਨੂੰ ਸਜ਼ਾ ਦਿੱਤੀ, ਇਹ 'ਚ ਕੋਈ ਵੀ ਕਿਸੇ ਨੂੰ ਵੀ ਇਹਦਾ ਗਿਲਾ ਨਹੀਂ। ਕਿਉਂਕਿ ਜੇ ਇਦਾਂ ਦੀਆਂ ਹੋਣਗੀਆਂ ਤੇ ਉਹਦੇ ਬਾਅਦ ਇਹ ਆਪੇ ਹੀ ਹੌਲੀ ਹੌਲੀ ਪਿੱਛੇ ਹਟਣਗੇ। ਜਿਹੜੀਆਂ ਏਜੰਸੀਆਂ ਨੇ ਕਰਾਉਂਦੀਆਂ ਏਜੰਸੀਆਂ ਪਈਆਂ ਨੇ, ਤੇ ਇਹ ਇਹਨਾਂ ਨੂੰ ਵੀ ਪਤਾ ਲੱਗੇਗਾ। ਕੋਈ ਡਰਦਾ ਜਿਹਨੂੰ ਪੈਸੇ ਦਿੰਦੇ ਨੇ ਜਾਂ ਜਿੱਥੇ ਪਿੱਛੇ ਪਰਿਵਾਰਾਂ ਨੂੰ ਪੈਸੇ ਦਿੰਦੇ ਨੇ, ਉਹ ਵੀ ਡਰਨਗੇ ਕਿ ਜੇ ਸਾਡਾ ਘਰ ਦਾ ਜੀਅ ਚਲਾ ਗਿਆ ਤੇ ਮੁੜ ਕੇ ਅਸੀਂ ਪੈਸੇ ਕੀ ਕਰਨੇ ਨੇ। ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਇਹ ਜੇ ਇਦਾਂ ਦੇ ਕੰਮ ਹੋਣਗੇ, ਕਿਉਂਕਿ ਜੇ ਤੁਸੀਂ ਕਹੋ ਕਿ ਜੇ ਸਰਕਾਰਾਂ ਕੋਰਟ ਦੇਣਗੇ ਸਜ਼ਾ, ਤੇ ਕੋਰਟ ਤੇ ਦੇ ਨਹੀਂ ਸਕਦੇ। ਗਵਾਹ ਉੱਥੇ ਜਾਣਗੇ, ਗਵਾਹ ਮੁੜ ਕੇ ਜਾਂਦੇ ਨਹੀਂ, ਤੇ ਉਹ ਤੇ ਫਿਰ ਪਿੱਛੇ ਬਾਹਰ ਬਰੀ ਹੋ ਕੇ ਆ ਜਾਣਗੇ। ਤੇ ਇਸ ਕਰਕੇ ਜਿਹੜੀਆਂ ਇਦਾਂ 2-4 ਸਜ਼ਾ ਮਿਲਣਗੀਆਂ, ਹਾਂ ਕਿਸੇ ਨਜਾਇਜ਼ ਨਾ ਹੋਵੇ। ਕਈਆਂ ਦੇ ਬਾਹਰੋਂ ਕੋਈ ਨਜਾਇਜ਼ ਕਿਸੇ ਨੂੰ ਮਾਰਨਾ, ਕਿਸੇ ਨੂੰ ਕੁੱਟਣਾ, ਉਹ ਗੱਲ ਮਾੜੀ ਆ। ਕਿ ਜਿਹੜਾ ਸ਼ਰੇਆਮ ਆਪਾਂ ਟੀਵੀਆਂ 'ਚ ਦੇਖ ਰਹੇ ਹਾਂ, ਹਰ ਬੰਦਾ ਦੇਖ ਰਿਹਾ ਕਿ ਕੀ ਕਰ ਰਹੇ ਨੇ, ਕਿ ਇਹ ਤਾਂ ਕਿਸੇ ਨਾ ਕਿਸੇ ਨੇ ਤਾਂ ਭੇਜਿਆ, ਫਿਰ ਕੋਈ ਫੋਨ ਨਹੀਂ, ਉਹਦੇ ਕੋਲ ਐਡਰੈਸ ਨਹੀਂ, ਆਧਾਰ ਕਾਰਡ ਨਹੀਂ, ਕੁਛ ਵੀ ਨਹੀਂ, ਉਹਦਾ ਪ੍ਰੂਫ ਹੀ ਨਾ ਰਵੇ ਬੰਦਾ ਕੌਣ ਹੈ। ਸੋ ਇਸ ਕਰਕੇ ਇਹ ਤਾਂ ਭੇਜਿਆ ਕਿਸੇ ਨੇ, ਤਾਂ ਸਾਰਾ ਕੁਝ ਲੈ ਕੇ ਭੇਜਿਆ ਨਾ, ਤੇ ਇਹੋ ਜਿਹੀਆਂ ਨੂੰ ਸਜ਼ਾ ਜ਼ਰੂਰ ਮਿਲਣੀਆਂ ਚਾਹੀਦੀਆਂ। ਮੈਂ ਇੱਕ ਗੱਲ ਇੱਥੇ ਹੋਰ ਕਰਨੀ ਚਾਹਾਂਗਾ। ਮੋਹਨ ਸਿੰਘ ਜੀ ਖੱਟੜਾ ਜੀ, ਜਿੱਦਾਂ ਕਿ ਚਰਨਜੀਤ ਚੰਨੀ ਜਿਹੜੇ ਕਿ ਕਾਂਗਰਸ ਦੇ ਇਸ ਟਾਈਮ ਸੀਐਮ ਨੇ, ਪੰਜਾਬ ਦੇ ਸੀਐਮ ਨੇ, ਕਾਂਗਰਸ ਦੇ ਨਹੀਂ, ਉਹਨਾਂ ਦਾ ਜਿਹੜਾ ਭਾਂਜਾ ਜਿਹੜਾ ਉਹਨਾਂ ਦੇ ਕੋਲੋਂ ਈਡੀ ਨੇ ਕਾਫੀ ਪੈਸਾ ਜਿਹੜਾ ਫੜਿਆ, ਅਤੇ ਉਹਨਾਂ ਦੇ ਵਿੱਚ ਦੋਸ਼ ਵੀ ਲਾਏ ਜਾ ਰਹੇ ਹਨ। ਤੇ ਇੱਕ ਜਗ੍ਹਾ ਤੇ ਬਿਕਰਮਜੀਤ ਸਿੰਘ ਮਜੀਠੀਆ ਉਹ ਮੰਨ ਰਹੇ ਹਨ, ਉਹ ਅਸੈਪਟ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਇਹਨਾਂ ਦਾ ਬ੍ਰਦਰ ਸਿਟੀ ਘਟਾਲੇ ਲੁਧਿਆਣੇ ਦੇ ਵਿੱਚ ਫਸ ਚੁੱਕਾ ਸੀ, ਤੇ ਇਹਨਾਂ ਨੇ ਮੇਰੇ ਤਰਲੇ ਕੀਤੇ ਸੀ ਆ ਕੇ, ਤੇ ਮੈਂ ਇਹਨਾਂ ਨੂੰ ਸੁਖਬੀਰ ਸਿੰਘ ਬਾਦਲ ਕੋਲ ਲੈ ਕੇ ਗਿਆ ਸੀ, ਅਤੇ ਮੇਰੇ ਕਹਿਣ ਦੇ ਉੱਤੇ ਇਹਨੂੰ ਛੱਡਿਆ ਸੀ। ਤੁਸੀਂ ਕੀ ਕਹੋਗੇ? ਦੇਖੋ ਜੀ ਬਾਈ ਜਿਹੜੀ ਇਹ ਬਿਲਕੁਲ ਗੱਲ ਹੈ, ਕਿਉਂਕਿ ਮਜੀਠੀਆ ਸਾਹਿਬ ਨੇ ਆਲਰੇਡੀ ਮੀਡੀਆ 'ਚ ਆ ਕੇ ਗੱਲ ਕਹੀ ਸੀਗੀ। ਇਹ ਗੱਲ ਬਿਲਕੁਲ, ਚਲੋ ਇਹ ਤਾਂ ਮਜੀਠੀਆ ਸਾਹਿਬ ਨੂੰ ਪਤਾ, ਪਰ ਜਿਹੜੀ ਹੁਣ ਦੀ ਗੱਲ ਹੈ ਜੀ, ਕਿਉਂਕਿ ਮੇਰੀਆਂ ਬਹੁਤ ਉੱਥੇ ਬਿਲਕੁਲ ਮੋਹਾਲੀ ਦੇ ਨਾਲ ਸੁਹਾੜਾ ਬਹੁਤ ਨੇੜੇ ਕੇ ਰਿਸ਼ਤੇਦਾਰੀਆਂ, ਵੈਰੀ ਕਲੋਜ਼ ਰਿਸ਼ਤੇਦਾਰੀਆਂ। ਇਹ ਜਿਹੜਾ ਮੁੰਡਾ ਆਪਣੇ ਸੀਐਮ ਸਾਹਿਬ ਦੀ ਜੋ ਸਾਲੀ ਦਾ ਮੁੰਡਾ ਨਾ ਜੀ, ਇਹਦੇ ਵਿੱਚ ਹਜੇ ਤੱਕ ਕੁਝ ਵੀ ਨਹੀਂ ਨਿਕਲਿਆ। ਇਹ ਤੁਸੀਂ ਦੇਖਦੇ ਜਾਇਓ ਵੀ ਉਹ ਲਾਗ ਲਾਉਣੇ ਦੇ ਜਿਹੜੇ ਪਿੰਡ ਹੈ ਨਾ, ਲਾਂਡਰਾ ਸੁਹਾੜਾ, ਜਿੱਥੇ ਵੀ ਲਾਗੇ, ਉਹਨਾਂ ਨੂੰ ਸਭ ਪਤਾ ਮੁੰਡੇ ਦਾ ਪੂਰਾ ਰੋਲ ਸੀਗਾ, ਜੋ ਵੀ ਜਾਂ ਬਦਲੀ ਕਰਾਉਣੀ ਜਾਂ ਸਰਕਾਰੀ ਦਰਬਾਰੇ। ਕਿਉਂਕਿ ਮੈਂ ਖੁਦ ਵੀ ਇਸ ਗੱਲ ਨੂੰ ਕੇ ਆਪਣੇ ਚੱਲੋਂ, ਆਪਾਂ ਕੋਈ ਪੁਲਿਸ ਤਾਂ ਹੈ ਨਹੀਂ, ਪਰ ਇਹਦੇ ਵਿੱਚ ਐਦਾਂ ਨਹੀਂ ਵੀ ਆਪਣੇ ਚੰਨੀ ਸਾਹਿਬ ਐਦਾਂ ਨਹੀਂ ਨਿਕਲ ਸਕਦੇ। ਇਲੈਕਸ਼ਨ ਦੇ ਟਾਈਮ 'ਚ 10,000 ਕਰੋੜ ਹਜੇ ਤਾਂ ਪਤਾ ਨਹੀਂ ਕੀ ਨਿਕਲਣਾ ਸੀ, ਜਿਹੜੀਆਂ ਰੇਡਾਂ ਨਾਲ ਨਿਕਲਿਆ। ਤੇ ਇਹਦੇ ਵਿੱਚ ਆਪਾਂ ਨੂੰ ਕਲੀਅਰ ਪਤਾ ਲੱਗ ਜਾਂਦਾ, ਕਿਉਂਕਿ ਚਾਹੇ ਜਿਹੜੀ ਵੀ ਮਰਜ਼ੀ ਪਾਰਟੀ ਹੈ, ਮਜੀਠੀਆ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਕਿਉਂਕਿ ਉਹਦੇ ਵਿੱਚ ਜੋ ਵੀ ਇਹ ਪਿਛਲੇ 111 ਦਿਨ ਦਾ ਉਹਨਾਂ ਨੂੰ ਮਤਲਬ ਇੱਕ ਕਿਸਮ ਦਾ ਟ੍ਰੇਲਰ ਜਿਹਾ ਦਿਖਾਇਆ। ਬਹੁਤ ਵੱਡੇ ਘਪਲੇ ਹੋਏ ਆ, ਤੁਹਾਨੂੰ ਪਤਾ ਵੀ ਕੰਮ ਤਾਂ ਕੋਈ ਵੀ ਨਹੀਂ ਹੋਇਆ, ਸਾਰੇ ਐਲਾਨ ਹੋਏ ਆ ਜੀ। ਉਹ ਸਾਰਿਆਂ ਨੂੰ ਬਲੇਮ ਕਰਕੇ, ਤੇ ਐਦਾਂ ਨਹੀਂ ਮਤਲਬ ਜਿੰਨੀ ਘਨੇਰ ਕਰਦੀ ਹੈ ਪਿਛਲੇ ਉਹਦੇ ਵਿੱਚ, ਹਾਲਾਂਕਿ ਪੂਰੇ 5 ਸਾਲ 'ਚ ਇਹੀ ਕੁਝ ਹੋਇਆ। ਸਭ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਕੋਈ ਕੰਮ ਨਹੀਂ ਹੋਇਆ, ਵਾਅਦੇ ਕਰਨ ਜਾਂ ਕੁਝ ਵੀ, ਤੇ ਕੰਮ ਕੋਈ ਵੀ ਨਹੀਂ ਹੋਇਆ। ਇਹਨਾਂ ਨੇ ਆਪਣੀਆਂ ਜੇਬਾਂ ਭਰੀਆਂ। ਤੇ ਜਦੋਂ ਹੁਣ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੇਰੇ ਕੋਲ MLA ਸਾਰੇ ਦੇ ਮਤਲਬ ਕਿ ਉਹ ਸਾਰੇ ਪ੍ਰੂਫ ਹੈਗੇ ਮਾਈਨਿੰਗ ਵਾਲੇ, ਪਰ ਅਫਸੋਸ ਦੀ ਗੱਲ ਹੈ ਵੀ ਸੀਐਮ ਸਾਹਿਬ ਨੇ ਵੀ ਆਪਣਾ ਜਿਹੜਾ ਉਹਨਾਂ ਦਾ ਬਣਦਾ ਸੀਗਾ, ਡਿਊਟੀ ਬਣਦੀ ਸੀ, ਜ਼ਿੰਮੇਵਾਰੀ ਐਜ਼ ਏ ਸੀਐਮ, ਉਹਨਾਂ ਨੇ ਨਹੀਂ ਕੀਤੀ। ਜਦੋਂ ਉਹਨਾਂ ਨੇ ਉਹ ਬੰਦੇ ਦੇਖ ਲਏ ਸੀ ਰਿਪੋਰਟ, ਮੈਂ ਕੋਈ ਵੀ ਪਾਰਟੀ ਕਹੇ ਹੁਣ ਮੈਂ ਇਹਨੂੰ ਪੋਲੀਟੀਕਲ ਉਹ ਕਹੂੰਗਾ, ਬਟ ਜਿਹੜਾ ਮਾਈਨਿੰਗ ਦਾ ਹੈ ਇੱਦਾਂ ਦਾ ਕੋਡ ਪੰਜਾਬ 'ਚ ਜਿਹੜਾ ਫੈਲਦਾ ਜਾ ਰਿਹਾ ਕੈਂਸਰ ਦੀ ਬਿਮਾਰੀ ਵਾਂਗੂ, ਇਹ ਚੀਜ਼ਾਂ ਬੰਦ ਹੋ ਜਾਣ। ਜੇ ਤਾਂ ਹੀ ਕਰਕੇ ਫਿਰ ਪੰਜਾਬ, ਮੇਰੇ ਨਹੀਂ ਖਿਆਲ 'ਚ ਵੀ ਕਿਸੇ ਹੋਰ ਜਾਂ ਬਾਹਰੀ ਕੁਝ ਵੀ ਆਪਾਂ ਐਲੀਗੇਸ਼ਨ ਲਾਈਏ ਤੇ ਪੰਜਾਬ ਖੁਸ਼ਹਾਲ ਹੋਊਗਾ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਮਾਈਨਿੰਗ ਦਾ ਜਾਂ ਟਰਾਂਸਪੋਰਟ ਦਾ ਜਾਂ ਜਿਹੜਾ ਕੋਈ ਇੱਦਾਂ ਦੇ 3-4 ਮਹਿਕਮੇ ਹਨ, ਜਾਂ ਸ਼ਰਾਬ ਦਾ, ਮਾਈਨਿੰਗ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੋਨਾਂ ਨੂੰ ਆਮ ਜਨਤਾ ਦੇ ਜਿਹੜੇ ਸਵਾਲ ਹਨ ਉਹ ਦੋਸ਼ੀ ਕਹਿੰਦੇ ਹਨ, ਕਿਉਂਕਿ ਅਕਾਲੀ ਦਲ ਸਮੇਂ ਵੀ ਮਾਈਨਿੰਗ ਚੱਲਦੀ ਰਹੀ, ਕਾਂਗਰਸ ਦੇ ਸਮੇਂ ਵੀ ਮਾਈਨਿੰਗ ਚੱਲਦੀ ਰਹੀ, ਕਿਉਂਕਿ ਉਹ ਬੰਦ ਨਹੀਂ ਕਰਾ ਸਕੇ। ਆਪਣੇ ਪ੍ਰੂਫ ਸਾਰੇ ਸਾਹਮਣੇ ਹਨ। ਮੈਂ ਪ੍ਰੀਤਮ ਸਿੰਘ ਜੀ, ਅਕਾਲੀ ਦਲ ਪਿਛਲੀਆਂ ਇਲੈਕਸ਼ਨ ਦੇ ਵਿੱਚ, ਵਿਧਾਨ ਸਭਾ ਦੀਆਂ ਇਲੈਕਸ਼ਨ ਦੇ ਵਿੱਚ ਤੀਸਰੇ ਨੰਬਰ 'ਤੇ ਰਹਿ ਗਿਆ। ਦੂਸਰੇ ਨੰਬਰ 'ਤੇ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਤੋਂ ਚੱਲ ਕੇ ਆਈ ਸੀ ਉਹ ਚਲੇ ਗਈ।
ਕੀ ਰੀਜਨ ਸੀ ਕਿ ਉਹ ਏਡੀ ਵੱਡੀ ਪਾਰਟੀ ਤੀਸਰੇ ਨੰਬਰ ਤੇ ਰਹਿ ਗਈ, ਤੇ ਇਸ ਵਾਰੀ ਕਿਹੜੀਆਂ ਜਿਹੜੀਆਂ ਉਹ ਗੱਲਾਂ ਹਨ ਜਿਹੜੀਆਂ ਲੋਕਾਂ ਨੂੰ ਆਪਾਂ ਸਮਝਾ ਸਕੀਏ ਕਿ ਅਸੀਂ ਹੁਣ ਤੁਹਾਡੇ ਲਈ ਕੁਝ ਨਵਾਂ ਕਰਾਂਗੇ, ਕਿ ਅਸੀਂ ਕੰਪੀਟੀਸ਼ਨ ਦੇ ਵਿੱਚ ਆ ਕੇ ਇੱਕ ਵਾਰੀ ਜੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਕਿਹੜੀਆਂ ਗੱਲਾਂ ਦੇ ਨਾਲ ਤੁਸੀਂ ਆਮ ਜਿਹੜਾ ਪ੍ਰੋਗਰਾਮ NRI ਵੀ ਦੇਖ ਰਹੇ ਹਾਂ, ਸਾਰੇ ਵਰਲਡ ਦੇ ਵਿੱਚ ਇਹ ਪ੍ਰੋਗਰਾਮ ਦੇਖਿਆ ਜਾ ਰਿਹਾ ਹੈ, ਉਹ ਕੀ ਤੁਸੀਂ ਕਹੋਗੇ ਜਾਂ ਆਪਣੇ ਲੀਡਰਾਂ ਨੂੰ ਕੀ ਸੁਝਾਅ ਦਿਓਗੇ? ਵੇਖੋ ਬਾਜਵਾ ਸਾਹਿਬ ਜੀ, ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਤੁਸੀਂ ਪੁੱਛਿਆ ਮੈਨੂੰ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨਵਾਂ ਯੁੱਗ ਸੀ। ਨਵਾਂ ਮੀਡੀਆ ਜਦੋਂ ਆਇਆ WhatsApp ਤੇ ਜਾਂ ਹੋਰ ਟੈਕਨੀਕਲ ਜਿੱਦਾਂ ਦੇ ਵੀ ਹੋਇਆ ਕੰਮ, ਤੇ ਸਾਡੇ ਜਿੰਨੇ ਬਾਹਰੋਂ ਫੋਰਨ NRI ਸੀ, ਸਭ ਤੋਂ ਜ਼ਿਆਦਾ ਜਿਹੜੀ ਉਹਨਾਂ ਨੇ ਆਮ ਪਾਰਟੀ ਦੀ ਸਪੋਰਟ ਕੀਤੀ ਸੀ। ਤੇ ਜਦੋਂ ਕੋਈ ਵੇਗ ਚੱਲ ਜਾਂਦੀ, ਹਵਾ ਚੱਲ ਜਾਂਦੀ ਨਾ, ਤੇ ਸਾਡੇ ਲੋਕ ਸੋਚਦੇ ਨਹੀਂ ਆਪਾਂ ਅੱਗੇ ਖੱਡਾ ਪੁੱਟਿਆ ਉਹਦੇ 'ਚ ਡਿੱਗ ਪੈਣਾ। ਤੇ ਲੋਕਾਂ ਨੇ ਇਹ ਸੋਚਿਆ ਪਤਾ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੀ ਹੋ ਰਿਹਾ, ਤੇ ਲੋਕਾਂ ਨੇ ਦੇ ਈਮੇਲਾਂ ਜਾਂ ਜੋ ਵੀ ਮੀਡੀਆ ਰਾਹੀਂ ਕਰਕੇ ਤੇ ਉਹ ਆਮ ਪਾਰਟੀ ਨੂੰ ਇੱਕ ਮੁਹਾਰਾ ਬਣਾਤੀ, ਜਿਹਦੇ ਕਰਕੇ ਉਹ ਥੋੜ੍ਹਾ ਜਿੱਤ ਕੇ ਚਲੋ ਆਪਣੇ ਵੀ ਸਾਡੇ ਵੀ ਜੇ ਸਰਕਾਰ ਦੇ ਵਿੱਚ ਜੇ ਕੰਮ ਨਹੀਂ ਹੋਏ ਕਿ ਬਗਾੜੀ ਵਾਲਾ ਕਾਂਡ ਹੋ ਗਿਆ, ਉਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਪਿੱਛੇ ਮਤਲਬ ਰਹਿਣਾ ਪਿਆ। ਪਰ ਮੈਂ ਕਹਿੰਦਾ ਵੀ ਹੁਣ ਵੀ ਉਹ ਜਿਹੜਾ ਸਮਾਂ ਸੀ ਉਹ ਲੰਘ ਗਿਆ, ਪਰ ਜਿਹੜਾ ਹੁਣ ਆਉਣ ਵਾਲਾ ਸਮਾਂ ਮੈਂ ਜ਼ਰੂਰ ਇਹ ਕਹੂੰਗਾ ਆਪਣੇ ਵੀ ਜਿਹੜੇ ਸਾਡੇ ਜਿੰਨੇ ਵੀ 117 MLA ਨੇ ਖੜੇ ਨੇ, ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ, ਉਹਨਾਂ ਨੂੰ ਕਹਿੰਦੇ ਆ ਕਿ ਜਿੱਥੇ ਵੀ ਤੁਸੀਂ ਜਾ ਕੇ ਜਿਹੜਾ ਵੀ ਵਾਅਦਾ ਕਰਨਾ ਉਹ ਵਾਅਦਾ ਉਹ ਕਹਿਣਾ ਜੇ ਕਰਕੇ ਵਿਖਾ ਦੇਣਾ। ਪਰ ਜੋ ਪਿਛਲੇ ਸਮੇਂ 'ਚ ਬਾਦਲ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਨੇ ਉਹ ਕੀਤੇ ਨੂੰ ਨਾ, ਇਹ ਨਹੀਂ ਕਿ ਕੀਤੇ, ਪਰ ਜਦੋਂ ਸਾਰੇ ਨਹੀਂ ਕਰ ਸਕੇ, ਹੈ ਨਾ। ਚਲੋ ਵਿੱਚੋਂ ਰਹਿ ਵੀ ਜਾਂਦੇ ਨੇ ਸਾਰੇ 100% ਨਹੀਂ, ਕੋਈ ਵੀ ਨਹੀਂ ਕਰ ਸਕਦਾ, ਪਰ ਰਹਿ ਗਏ ਫਿਰ ਉਹਨਾਂ ਫਿਰ ਵੀ ਬੜੇ ਕੰਮ ਕੀਤੇ। ਮੈਂ ਹੁਣ ਵੀ ਕਹਿਣਾ ਕਿ ਜੇ ਸਾਨੂੰ ਇਸ ਵੇਲੇ ਕੋਈ ਮੌਕਾ ਮਿਲ ਜਾਂਦਾ, ਸਾਨੂੰ ਫਿਰ 22 ਦੇ ਵਿੱਚ ਸਰਕਾਰ ਬਣ ਜਾਏ, ਤੇ ਅਸੀਂ ਉਹ ਜਿਹੜਾ ਪਿਛਲੇ ਜਿਹੜੀਆਂ ਸਾਡੀਆਂ ਤਰੁੱਟੀਆਂ ਰਹਿ ਗਈਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾ ਦਾਂਗੇ। ਬਾਜਵਾ ਜੀ, ਮੈਂ ਇਹਨੂੰ ਗੱਲ ਨੂੰ ਪ੍ਰਧਾਨ ਸਾਹਿਬ ਦੀ ਨੂੰ ਬੜੀ ਅੱਗੇ ਤੋਰਨੀ ਚਾਹੁੰਦਾ। ਇੱਕ ਤਾਂ ਵੈਰੀ ਕਲੀਅਰ ਸਾਡੇ ਬਹੁਤ ਬੜੇ ਸੀਨੀਅਰ ਲੀਡਰ ਗੁਜਰਾਲ ਸਾਹਿਬ ਨੇ ਕਿਹਾ ਵੀ ਸੀਗਾ, ਤੇ ਕਿਉਂਕਿ BJP ਨੇ ਹੁਣ ਜਿਵੇਂ ਕੈਪਟਨ ਸਾਹਿਬ ਸਿੱਧਾ ਹੀ ਰਲ ਗਏ, ਵੈਰੀ ਓਨੈਸਟ ਉਹਨਾਂ ਨੇ ਸਾਡੀ ਪਿਛਲੀ ਇਲੈਕਸ਼ਨ 'ਚ ਚੰਗੀ ਤਰ੍ਹਾਂ ਸਪੋਰਟ ਨਹੀਂ ਕੀਤੀ। ਉਹਦਾ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੈਪਟਨ ਸਾਹਿਬ ਕਿੱਦਾਂ 4.5 ਸਾਲ CM ਬਣੇ ਰਹੇ ਹੈ BJP ਦੇ ਨਾਲ ਰਲ ਕੇ, ਕਿਉਂਕਿ ਸਾਨੂੰ ਵੋਟ ਜਿਹੜੀ ਹੁਣ ਵੀ ਸਾਡੀ ਬਹੁਜਨ ਸਮਾਜ ਪਾਰਟੀ ਹੈ ਉਹਨਾਂ ਦੀ ਵੀ ਚਲੋ ਪੂਰੇ ਪੰਜਾਬ 'ਚ ਉਹਨਾਂ ਦਾ ਆਧਾਰ ਹੈ, 30-35% ਵੋਟ ਹੈ, ਤੇ ਇਹ ਵੀ ਚਾਹੇ ਕੁਛ ਵੀ ਲਾ ਲਓ, ਕਿਉਂਕਿ ਰਲ ਮਿਲ ਕੇ ਇੱਕ ਮਤਲਬ 10 ਸਾਲ ਹੋ ਗਏ ਸੀ, ਜ਼ਿਆਦਾ ਕੁਛ ਐਂਟੀ ਕਨਵਰਸੀ ਹੁੰਦੀ ਹੈ, ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ, ਪਰ ਫਿਰ ਵੀ ਸਾਨੂੰ ਸਾਡੀ ਜਿਹੜੀ ਭਾਈਵਾਲ ਸਰਕਾਰ ਹੈ ਉਹਨੇ ਵੀ ਸਾਨੂੰ ਜਿਵੇਂ ਪਹਿਲਾਂ ਮਤਲਬ ਸਾਥ ਦਿੱਤਾ ਸੀਗਾ ਉੱਦਾਂ ਨਹੀਂ ਦਿੱਤਾ ਗਿਆ, ਪਰ ਆਪੋ ਕੰਡਾ ਸਾਡਾ ਬਹੁਤ ਹੋਇਆ ਜ਼ਿਆਦਾ, ਤੇ ਕੁਝ ਜਿਹੜੇ ਅਖੌਤੀ ਪੰਥਕ ਹੈ ਉਹਨਾਂ ਨੇ ਵੀ ਸਾਨੂੰ ਬਹੁਤ ਬੜੀ ਢਾਲ ਆਈ ਹੈ, ਕਿਉਂਕਿ ਆਪਣੇ ਪੰਜਾਬ ਦੇ ਲੋਕ ਇੱਕ ਵਾਰੀ ਭਾਵੁਕ ਜ਼ਰੂਰ ਹੋ ਜਾਂਦੇ ਉਹ ਉਸ ਗੱਲ ਕਰਕੇ ਸਾਨੂੰ ਐਡੀ ਬੜੀ ਮਾਰ ਪਈ। ਤੇ ਹੁਣ ਤੁਸੀਂ ਦੇਖਿਓ ਐਸਾ ਜਿਹੜੀ ਹੁਣ ਇਲੈਕਸ਼ਨ 20 ਫਰਵਰੀ ਨੂੰ ਹੋ ਰਹੀ ਹੈ, ਉਹ ਲੋਕ ਸਮਝ ਚੁੱਕੇ ਵੀ ਇਹ ਇੱਕ ਮਤਲਬ ਕਿ ਪੋਲੀਟੀਕਲ ਸਟੰਟ ਸੀਗਾ। ਕੈਪਟਨ ਸਾਹਿਬ ਨੇ ਝੂਠੀਆਂ ਸਹੁੰ ਖਾ ਕੇ ਆਪਣੇ ਪੰਜਾਬੀਆਂ ਨੂੰ ਭਾਵੁਕ ਕਰਕੇ ਵੀ ਮੈਂ ਅੱਜ ਵੀ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜਿਹੜਾ ਮਤਲਬ ਜਿੱਦਾਂ ਪ੍ਰਧਾਨ ਸਾਹਿਬ ਨੇ ਪਹਿਲਾਂ ਸਾਡੇ ਹਾਜ਼ਰ ਨਾਜ਼ਰ ਗੁਰੂ ਹੈ, ਕੋਈ ਵੀ ਪਾਰਟੀ, ਮੈਂ ਇਹ ਨਹੀਂ ਕਹਿੰਦਾ ਚਾਹੇ ਕਾਂਗਰਸ ਹੋਵੇ ਕੋਈ ਵੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਬੰਦੇ ਨੇ ਆਪਣਾ ਪੱਠਾ ਆਪ ਬਹਾਉਣਾ। ਸਾਡੇ ਪ੍ਰਧਾਨ ਸਾਹਿਬ ਨੇ ਕਲੀਅਰ ਕਿਹਾ ਵੀ ਬੇਅਦਬੀ ਜਿਹਨੇ ਕੀਤੀ ਹੈ ਜਾਂ ਮਤਲਬ ਕੋਈ ਵੀ ਇਹਦੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਇਹ ਗੱਲ ਕਹਿ ਦੇਣੀ ਲਫ਼ਜ਼ਾਂ 'ਚ ਬਹੁਤ ਛੋਟੀ ਹੈ, ਪਰ ਇਹਦੇ ਅਰਥ ਜਿਹੜਾ ਇੱਕ ਸਿੱਖ ਧਰਮ ਨੂੰ ਮੰਨਦਾ ਇਨਸਾਨ ਉਹਨੂੰ ਪਤਾ ਵੀ ਇਹਦੇ ਅਰਥ ਕੀ ਹੁੰਦੇ ਆ। ਵੀ ਕੋਈ ਵੀ ਮਤਲਬ ਜੋ ਹੋ ਰਿਹਾ ਇਹ ਏਜੰਸੀਆਂ ਕਰਾ ਰਹੀਆਂ, ਏਜੰਸੀਆਂ ਦਾ ਹੱਥ ਹੈ, ਪਰ ਪੰਜਾਬ ਜਿਵੇਂ ਸਾਡੀ ਸਰਕਾਰ ਸੀਗੀ ਤੇ ਸਾਡੀ ਵੀ ਕਿਤੇ ਨਾ ਕਿਤੇ ਮਤਲਬ ਕਿ ਚੂਕ ਰਹੀ, ਤੇ ਹੁਣ ਵਾਲੀ ਸਰਕਾਰ ਨੇ 5 ਸਾਲ 'ਚ ਵੀ ਇੰਨੀ ਜ਼ਰੂਰ ਬੇਨਤੀ ਕਰਦੇ ਆ ਵੀ ਇਹਨੂੰ ਨੱਥ ਪੈਣੀ ਚਾਹੀਦੀ ਹੈ, ਕੋਈ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ। ਠੀਕ ਹੈ ਜੀ। ਇੱਕ ਮੇਰਾ ਕੁਐਸਚਨ ਜ਼ਰੂਰ, ਪਾਰਟੀ ਕੋਈ ਨਹੀਂ ਮਾੜੀ ਹੁੰਦੀ, ਪਾਰਟੀ ਦੇ ਵਿੱਚ ਹਮੇਸ਼ਾ ਜਿਹੜੇ ਉਹਦੇ ਵਰਕਰ ਉਹ ਮਾੜੇ ਹੁੰਦੇ ਨੇ। ਦੇਖੋ 100 ਸਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਡੀ 100 ਸਾਲ ਪੁਰਾਣੀ ਹੈ, ਤੇ ਉਹਦੇ ਵਿੱਚ ਦੇਖੋ ਪਾਰਟੀ ਨੇ ਅੱਜ ਤੱਕ ਕਿਸੇ ਦਾ ਬਣਾਇਆ ਹੀ ਕਿਸੇ ਦਾ ਗਵਾਇਆ ਨਹੀਂ, ਪਰ ਕਈ ਵਾਰੀ ਉਹਨਾਂ ਪੰਜੇ ਉਂਗਲਾਂ ਬਰਾਬਰ ਨਹੀਂ, ਪਾਰਟੀ ਦੇ ਵਿੱਚ ਇਹੋ ਜਿਹੇ ਬੰਦੇ ਆ ਜਾਂਦੇ ਨੇ ਤੇ ਜਿਹੜੇ ਕਈ ਵਾਰੀ ਉਹ ਪਾਰਟੀ ਨੂੰ
ਦੂਜੇ ਪਾਸੇ ਲੈ ਜਾਂਦੇ ਨੇ। ਅੱਜ ਦੇ ਸਮੇਂ 'ਚ ਤੁਸੀਂ ਆ ਅਜੋਕੇ ਸਮੇਂ 'ਚ ਵੇਖ ਲਓ, ਹੁਣ ਵੀ ਜਿਨ੍ਹਾਂ ਨੂੰ ਪਾਰਟੀ ਨੇ ਬੜਾ ਵੱਡਾ ਮਾਣ ਦਿੱਤਾ ਤੇ ਜਿੱਥੇ ਕਿਤੇ ਬਿਠਾਇਆ ਜਾਏ ਕਿੰਨੀਆਂ ਕੁਰਸੀਆਂ ਤੇ ਅੱਜ ਵੀ ਉਹ ਪਾਰਟੀ ਦੀ ਪੇਠੀ ਛੁਰਾ ਮਾਰ ਕੇ ਚਲੇ ਗਏ। ਸੋ ਦੋਸਤੋ, ਇਹ ਸੀ ਅੱਜ ਅਕਾਲੀ ਦਲ ਦੇ ਸਾਰੇ ਉਮੀਦਵਾਰ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ। ਕੁਐਸਚਨ ਸਵਾਲ ਅਜੇ ਵੀ ਜਾਰੀ ਹਨ। ਇਹਨਾਂ ਦੇ ਨਾਲ ਆਪਾਂ ਹੋਰ ਕੁਝ ਜਿਹੜੇ ਤਿੱਖੇ ਕੁਐਸਚਨ ਜਿਹੜੇ ਸਾਨੂੰ ਤੁਸੀਂ ਲਿਖ ਕੇ ਭੇਜੋਗੇ ਉਹ ਕਰਾਂਗੇ। ਹਰ ਪਾਰਟੀ ਦੇ ਨਾਲ ਜਿਹੜੇ ਪਬਲਿਕ ਦੇ ਕੁਐਸਚਨ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ, ਸਾਡਾ ਫਰਜ਼ ਹੈ ਇਹਨਾਂ ਨੂੰ ਕੁਐਸਚਨ ਕਰਨਾ, ਇਹਨਾਂ ਨੇ ਜਵਾਬ ਦੇਣਾ। ਸੋ ਸਮੇਂ-ਸਮੇਂ 'ਤੇ ਅਸੀਂ ਤੁਹਾਨੂੰ ਹਰ ਗੱਲ ਦੇ ਨਾਲ ਜੋੜ ਕੇ ਰੱਖਾਂਗੇ। ਅਸੀਂ ਬਹੁਤ, ਮੈਂ ਖਾਸ ਕਰਕੇ ਮੇਰੇ ਛੋਟੇ ਵੀਰ ਪ੍ਰਦੀਪ ਗਿੱਲ ਦਾ ਧੰਨਵਾਦ ਕਰਦਾ, ਜਿਹੜੇ ਅੱਜ ਸਾਂਝਾ ਪੰਜਾਬ USA, ਜਿਸ ਨੇ ਕਿ ਬੜਾ ਲੰਮਾ ਸਮਾਂ ਅਗਵਾਈ ਕੀਤੀ ਸੀ ਅਮਰੀਕਾ ਕੈਨੇਡਾ ਦੀ ਧਰਤੀ ਦੇ ਉੱਤੇ। ਕੁਝ ਸਮੇਂ ਦੇ ਲਈ ਇਹ TV ਆਊਟ ਹੋ ਚੁੱਕਿਆ ਸੀ, ਫਿਰ ਵਰਲਡ ਵਾਈਡ ਇਹ TV ਆ ਚੁੱਕਿਆ ਹੈ। ਸੋ ਤੁਹਾਡਾ ਸਾਰਿਆਂ ਦਾ ਜਿਹੜਾ ਸਹਿਯੋਗ ਅੱਜ ਤੱਕ ਮਿਲਦਾ ਰਿਹਾ ਹੈ, ਭਾਵੇਂ ਰੇਡੀਓ ਸੀ, ਭਾਵੇਂ TV ਸੀ, ਭਾਵੇਂ ਐਂਟਰਟੇਨਮੈਂਟ ਸੀ, ਉਮੀਦ ਹੈ ਉਸੇ ਤਰ੍ਹਾਂ ਤੁਸੀਂ ਸਹਿਯੋਗ ਦਿਓਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਹਮੇਸ਼ਾ ਦੀ ਤਰ੍ਹਾਂ ਸੱਚੀਆਂ ਸੁੱਚੀਆਂ ਗੱਲਾਂ ਜਿਹੜੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਵਾਂਗੇ, ਕਮਿਊਨਿਟੀ ਦੀ ਆਵਾਜ਼ ਬਣ ਕੇ ਰਵਾਂਗੇ। ਸੋ ਫਿਰ ਬੜੀ ਛੇਤੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।